90% ਦੇ ਨੇੜੇ ਤੇੜੇ ਜਿਹੜੇ ਇਸ ਵੇਲੇ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਨੇ, ਜਿਨ੍ਹਾਂ ਨੂੰ ਜ਼ਿੰਦਗੀ 'ਚ ਕਦੇ ਨਾ ਕਦੇ ਇੱਕ ਅੱਧ ਵਾਰ ਡਿਪਰੈਸ਼ਨ ਹੋਵੇ, ਉਹ ਤਾਂ ਲਗਭਗ ਤੁਸੀਂ ਸਮਝ ਲਓ ਕਿ 99% ਨੇ, ਜੋ ਕਿ ਬਹੁਤ ਜ਼ਿਆਦਾ ਵੱਡੀ ਗਿਣਤੀ ਹੈ। ਇਹ ਇੱਕ ਮੈਂਟਲ ਡਿਸਆਰਡਰ ਵਾਂਗ ਉੱਭਰ ਕੇ ਸਾਹਮਣੇ ਆਏਗਾ, ਜੋ ਬੜਾ ਮੁਸ਼ਕਿਲ ਹੋ ਜਾਏਗਾ ਦੁਨੀਆ ਨੂੰ ਸਾਰਾ ਕੁਝ ਇਸ ਬਾਬਤ ਵਿੱਚ ਸਾਂਭਣਾ। ਬੱਚੇ ਜਿਹੜੇ ਇੰਡੀਆ 'ਚ ਪੜ੍ਹ ਕੇ ਆਏ ਨੇ, ਉਹਨਾਂ ਨੂੰ ਇੱਥੇ ਆ ਕੇ ਐਂ ਲੱਗਦਾ ਵੀ ਨਾ ਭਾਈ ਸਾਡੇ ਤਾਂ ਦਾਦਾ ਦਾਦੀ ਉੱਥੇ, ਅਸੀਂ ਤਾਂ ਉੱਥੇ ਹੀ ਜਾਣਾ ਹੈ, ਉੱਥੇ ਹੀ ਜਾਣਾ ਹੈ। ਸੋ ਉਹ ਵੀ ਇੱਥੇ ਇਕੱਲਾਪਣ ਮਹਿਸੂਸ ਕਰਦੇ ਨੇ। ਤੇ ਤੁਸੀਂ ਸਾਰਾ ਕੁਝ ਹੋਣ ਦੇ ਬਾਵਜੂਦ ਜੋ ਤੁਹਾਨੂੰ ਮਿਲ ਜਾਂਦਾ, ਅਸੀਂ ਉਸ ਤੋਂ ਸੰਤੁਸ਼ਟ ਨਹੀਂ। ਮੈਨੂੰ ਲੱਗਦਾ ਲੋਕ ਝੂਠ ਤੇ ਸੱਚ ਦਾ, ਇਹ ਬੜੀ ਬਰੀਕ ਜੀ ਗੱਲ ਹੈ, ਸੂਖਮ ਜੀ ਕਲਾਈਨਾਂ ਵਿੱਚ ਝੂਠ ਤੇ ਸੱਚ ਦਾ ਵੀ ਫਰਕ ਸਮਝਣਾ ਬੰਦ ਕਰ ਗਏ ਨੇ। ਦੁੱਖ ਨਿਵਾਰਨ ਸਾਹਿਬ ਦੇ ਕੋਲ ਆਓ, ਨੰਗੇ ਧੜ ਪਏ, ਕੋਈ ਦਵਾਨੀ ਚਵਾਨੀ ਵੀ ਨਹੀਂ, ਤੇ ਸੜਕ ਦੇ ਕਿਨਾਰੇ ਭੀੜ ਭੜੱਕੇ ਵਿੱਚ ਜਿੰਨੇ ਮਰਜ਼ੀ ਹੌਰਨ ਵੱਜੇ ਹੁਣ ਹੁੰਦਾ ਪਿਆ ਮਜ਼ੇ ਨਾਲ। ਜੇ ਪੁੱਛੋ ਕੀ ਹਾਲ ਹੈ, ਮੁਸਕਰਾ ਕੇ ਕਹਿੰਦਾ ਮੌਜਾਂ ਹੀ ਹੈ, ਤਾਂ ਫਿਰ ਸਮਝ ਸਕਦੇ ਹਾਂ ਕਿ ਤਸੱਲੀ ਤਾਂ ਮਨ ਦੀ ਜੇ। ਛੇਤੀ ਦਿਮਾਗ ਦਾ ਸੁੰਗੜਨਾ ਦੇਖਿਆ ਗਿਆ, ਯਾਦਾਸ਼ਤ ਦਾ ਭੁੱਲਣਾ, ਚਾਬੀ ਰੱਖੀ ਸੀ ਖਰੇ ਕਿੱਥੇ ਗਈ, ਹੁਣੇ ਕੋਈ ਕੰਮ ਸੀ ਪਤਾ ਨਹੀਂ ਕੀ ਕਿਹਾ ਸੀ, ਆਹ ਐਡਰੈਸ ਸੀ ਪਤਾ ਨਹੀਂ ਕੀ ਸੀ, ਯਾਨੀ ਉਹ ਇੰਨੇ ਕੰਮ ਨੇ ਕਿ ਉਹ ਦਿਮਾਗ ਹੌਲੀ ਹੌਲੀ ਛੱਡਣਾ ਸ਼ੁਰੂ ਕਰ ਦਿੰਦਾ ਚੀਜ਼ਾਂ ਨੂੰ ਕਿ ਨਹੀਂ ਇਹਨਾਂ ਦੀ ਲੋੜ ਨਹੀਂ। ਕਿ 80% ਦੁਨੀਆ ਭੁੱਖੀ ਜੇ, ਤੁਹਾਨੂੰ 2 ਵੇਲੇ ਦੀ ਰੋਟੀ ਮਿਲ ਰਹੀ ਹੈ, ਬਹੁਤ ਵਧੀਆ। ਸਭ ਤੋਂ ਵੱਧ ਤੇ ਸਭ ਤੋਂ ਡਰਾਵਨਾ ਸਾਨੂੰ ਜਿਹੜਾ ਲੱਗਦੀ ਜੇ ਚੀਜ਼, ਉਹ ਹੈ ਮੌਤ। ਅੱਜ ਦੀ ਖੁਸ਼ੀ ਬਰਬਾਦ ਨਾ ਕਰੀਏ ਕਿ ਅੱਜ ਤਾਂ ਅਸੀਂ ਜੀਣਾ ਨਾ, ਅੱਜ ਦਾ ਦਿਨ ਤਾਂ ਜੀ ਲਈਏ। ਡਾਕਟਰ ਹਰਸ਼ਿੰਦਰ ਕੌਰ ਦੀਆਂ ਵਡਮੁੱਲੀਆਂ ਗੱਲਾਂ ਜੇ ਤੁਸੀਂ ਪੱਲੇ ਬੰਨ੍ਹ ਲਓ ਪਰ ਆਪਣੀ ਜ਼ਿੰਦਗੀ 'ਚ ਛੋਟੀਆਂ ਚੀਜ਼ਾਂ ਆਪਣੀਆਂ ਸੁਧਾਰਨੀਆਂ ਸ਼ੁਰੂ ਕਰ ਦਿਓ। ਦੋਸਤੋ, ਅੱਜ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਅਸੀਂ ਕੈਨੇਡਾ ਸਟੂਡੀਓ ਦੇ ਵਿੱਚ ਉਸ ਗੈਸਟ ਨੂੰ ਇਨਵਾਈਟ ਕੀਤਾ, ਤੇ ਇਨਵਾਈਟ ਤਾਂ ਕੀ ਕੀਤਾ, ਖੈਰ ਉਹ ਆਪ ਹੀ ਉਹਨਾਂ ਨੇ ਦੱਸਿਆ ਕਿ ਭਾਈ ਮੈਂ ਆਈ ਹੋਈ ਹਾਂ, ਤੇ ਜੇ ਤੁਹਾਡੇ ਨਾਲ D5 ਦੇ ਉੱਤੇ ਲੋਕ ਵੀ ਚਾਹੁੰਦੇ ਨੇ ਪ੍ਰੋਗਰਾਮ ਕਰੀਏ, ਤੇ ਸਾਨੂੰ ਵੀ ਲੱਗਦਾ ਸੀ ਕਿ ਪ੍ਰੋਗਰਾਮ ਕਰੀਏ। ਨਾਲ ਮੈਂ ਦੱਸੂਗਾ ਕਿ ਕਿੱਦਾਂ ਘਟਨਾਵਾਂ ਵਾਪਰੀਆਂ ਨੇ। ਪਰ ਡਾਕਟਰ ਹਰਸ਼ਿੰਦਰ ਕੌਰ ਪੰਜਾਬ ਦੀ ਧੀ, ਬੇਬਾਕ, ਬੁਲਾਰਾ ਤੇ ਬੇਧੜਕ ਹੋ ਕੇ ਗੱਲਾਂ ਕਰਨ ਵਾਲੇ, ਇਮਾਨਦਾਰੀ ਨਾਲ ਤੁਹਾਨੂੰ ਗਾਈਡ ਕਰਨ ਵਾਲੇ, ਚਾਹੇ ਉਹ ਸੋਸ਼ਲ ਮੀਡੀਆ ਹੋਵੇ, ਚਾਹੇ ਰੇਡੀਓ ਹੋਵੇ, ਚਾਹੇ ਕੋਈ ਵੀ ਟੀਵੀ ਹੋਵੇ, ਜਦੋਂ ਡਾਕਟਰ ਹਰਸ਼ਿੰਦਰ ਕੌਰ ਬੋਲਣ ਲੱਗਦੇ ਨੇ ਤਾਂ ਉਹ ਲੋਕਾਂ ਨੂੰ ਬੰਨ੍ਹ ਕੇ ਬਿਠਾ ਦਿੰਦੇ ਨੇ। ਉਹਨਾਂ ਦਾ ਅੱਜ ਅਸੀਂ ਆਪਣੇ ਬ੍ਰੈਂਟਨ ਸਟੂਡੀਓ ਦੇ ਵਿੱਚ ਨਿੱਘਾ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ, ਬਹੁਤ ਸਵਾਗਤ ਹੈ ਤੁਹਾਡਾ। ਬਹੁਤ ਧੰਨਵਾਦ। ਸੱਚ ਦੱਸਾਂ ਤਾਂ ਅੱਜ ਇਹ ਮਹਿਸੂਸ ਹੀ ਨਹੀਂ ਹੋ ਰਿਹਾ ਵੀ ਕੈਨੇਡਾ ਦੀ ਧਰਤੀ ਤੇ। ਅੱਜ ਅਸੀਂ ਮੁੱਦਾ ਲੈ ਕੇ ਆਏ ਹਾਂ ਜੀ ਪ੍ਰਵਾਸ ਦਾ, ਤੇ ਪ੍ਰਵਾਸ ਨਾਲ ਜੁੜੇ ਡਿਪਰੈਸ਼ਨ ਦਾ। ਕਈ ਓਲਡ ਏਜ ਹੋਮਸ ਨੇ ਇੱਥੇ, ਉਹਨਾਂ ਦੀ ਵੀ ਗੱਲ ਕਰਾਂਗੇ, ਕੀ ਹਾਲਾਤ ਨੇ ਲੋਕਾਂ ਦੇ ਔਰ ਰੀਜ਼ਨ ਕੀ ਹੈ। ਡਾਕਟਰ ਸਾਹਿਬ ਕਈ ਗੁਰੂ ਘਰਾਂ ਦੇ ਵਿੱਚ ਲੈਕਚਰ ਦੇ ਕੇ ਆਏ ਨੇ, ਪਰ ਸਭ ਤੋਂ ਵੱਡਾ ਸ਼੍ਰੇ ਜਾਂਦਾ ਆ ਜੀ ਗੁਰਦੁਆਰਾ ਦਸ਼ਮੇਸ਼ ਦਰਬਾਰ ਐਬਨੀਜ਼ਰ ਰੋਡ ਵਾਲਿਆਂ ਨੂੰ, ਜਿਨ੍ਹਾਂ ਨੇ ਡਾਕਟਰ ਸਾਹਿਬ ਨੂੰ ਇੱਥੇ ਸੱਦਾ ਦਿੱਤਾ ਹੈ। ਤੇ ਡਾਕਟਰ ਸਾਹਿਬ, ਪਹਿਲਾਂ ਦੱਸੋ ਜੀ, ਤੁਸੀਂ ਕੈਨੇਡਾ ਪਹੁੰਚੇ ਤੇ ਪਹੁੰਚ ਕੇ ਤੁਸੀਂ ਨਾਲ ਦੀ ਨਾਲ ਤੁਸੀਂ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਮੈਂ ਭਾਈ ਆਈ ਹਾਂ ਤੇ ਮੈਂ ਤਾਂ 2 ਦਿਨ ਬਾਅਦ ਵਾਪਸ ਜਾਣਾ ਹੈ, ਇਸ ਤਾਂ ਕਈ ਪ੍ਰੋਗਰਾਮ ਕਰਨੇ ਸੀ ਹਜੇ। ਬਿਲਕੁਲ, ਮੈਂ ਪਹਿਲਾਂ ਸ਼ੁਕਰਗੁਜ਼ਾਰ ਹਾਂ ਸਰਦਾਰ ਬੇਅੰਤ ਸਿੰਘ ਚਾਨਾ ਜੀ ਦੀ, ਉਹਨਾਂ ਦੇ ਵਾਈਫ ਦੀ, ਕਿਵੇਂ ਉਹਨਾਂ ਨੇ ਸੱਚੀ ਮੁੱਚੀ ਮੈਨੂੰ ਤਲੀਆਂ ਤੇ ਬਿਠਾ ਕੇ ਰੱਖਿਆ, ਇੱਥੇ ਸੱਦਿਆ। ਸੋ ਉਹਨਾਂ ਸਦਕਾ ਅੱਜ ਮੈਂ ਤੁਹਾਡੇ ਸਾਰਿਆਂ ਦੇ ਵਿੱਚ ਹਾਂ। ਪ੍ਰੋਗਰਾਮ ਸਨ ਜਿਹੜੇ ਰੈਕਸਡੇਲ ਗੁਰੂ ਘਰ ਦਾ ਵੀ ਧੰਨਵਾਦ, ਜਿਨ੍ਹਾਂ ਨੇ ਉੱਥੇ ਮੈਨੂੰ ਲੈਕਚਰ ਕਰਵਾਇਆ। ਗੱਲ ਦਰਅਸਲ ਛੇਤੀ ਜਾਣ ਦੀ ਇਹ ਸੀ ਕਿ ਵਾਪਸੀ ਤੇ ਜਾ ਕੇ ਐਗਜ਼ਾਮੀਨਰ ਆ, ਮੈਂ ਪੇਪਰ ਲੈਣੇ MD ਸਟੂਡੈਂਟਸ ਦੇ, ਸੋ ਬਿਲਕੁਲ ਹੀ ਥੋੜਾ ਜਿਹਾ ਸਮਾਂ ਸੀ ਵਿੱਚ ਜਿਹੜਾ ਭੱਜ ਦੌੜ ਕੇ ਮਸਾਂ ਹੀ ਪੂਰਾ ਕੀਤਾ। ਬਹੁਤ ਧੰਨਵਾਦ ਡਾਕਟਰ ਸਾਹਿਬ, ਜਿਹੜਾ ਤੁਸੀਂ ਇੰਨਾ ਕੁ ਵੀ ਸਮਾਂ ਕੱਢਿਆ, ਕਿਉਂਕਿ ਬਤੌਰ ਸਾਹਿਤਕਾਰ, ਬਤੌਰ ਡਾਕਟਰ, ਬਤੌਰ ਇੱਕ ਲਿਟਰੇਰੀ ਗਾਈਡ ਤੇ ਸਮਾਜ ਸੇਵਾ ਜਿਹੜੀ ਤੁਸੀਂ ਕਰਦੇ ਹੋ, ਇਹ ਸਾਰਿਆਂ ਦੇ ਵਿੱਚ ਸਮਾਂ ਡਿਵਾਈਡ ਕਰਨਾ ਹੀ ਪਊਗਾ, ਨਹੀਂ ਤਾਂ ਇੱਕ ਇਨਸਾਨ ਦੀ ਜ਼ਿੰਦਗੀ ਤਾਂ ਉਨੀ ਕੇ ਹੁੰਦੀ ਹੈ।
ਸੋ ਬਹੁਤ ਧੰਨਵਾਦ ਕਿ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ ਹੋ। ਤੇ ਡਾਕਟਰ ਸਾਹਿਬ ਅਸੀਂ ਗੱਲ ਡਿਪਰੈਸ਼ਨ ਦੀ ਕਰਨੀ ਹੈ ਅੱਜ ਤੇ ਪ੍ਰਵਾਸ ਦੀ ਕਰਨੀ ਹੈ। ਇੱਥੇ ਬੈਠੇ ਆ ਇੰਡੀਆ ਦੇ ਵਿੱਚ ਕੋਈ ਵੀ ਘਟਨਾ ਘਟਦੀ ਹੈ, ਚਾਹੇ ਉਹ ਪੋਲੀਟੀਕਲ ਹੈ, ਚਾਹੇ ਸਮਾਜਿਕ ਹੈ, ਚਾਹੇ ਸਾਡੇ ਧਰਮ ਨਾਲ ਜੁੜੀ ਹੋਵੇ, ਤਾਂ ਇੱਥੇ ਬੈਠੇ ਪ੍ਰਵਾਸੀਆਂ ਨੂੰ ਚਿੰਤਾ ਹੋਣ ਲੱਗ ਜਾਂਦੀ ਹੈ ਕਿ ਉੱਥੇ ਕੀ ਹੋ ਰਿਹਾ ਆ। ਪਰ ਜੋ ਕੁਝ ਸਾਡੇ ਇੱਥੇ ਵਾਪਰ ਰਿਹਾ ਹੈ, ਕੈਨੇਡਾ ਦੇ ਵਿੱਚ ਵਾਪਰ ਰਿਹਾ ਹੈ, ਉਹ ਵੀ ਬੜਾ ਦੁਖਦਾਈ ਹੈ ਜੀ। ਸਟੂਡੈਂਟ ਸਾਰੇ ਨੇ, ਉਹਨਾਂ ਨੂੰ ਇਕੱਲਾਪਣ ਹੋ ਰਿਹਾ ਹੈ, ਬਜ਼ੁਰਗ ਨੇ ਉਹਨਾਂ ਨੂੰ ਇਕੱਲਾਪਣ ਹੈ, ਬੱਚੇ ਨੇ ਉਹਨਾਂ ਨੂੰ ਇਕੱਲਾਪਣ ਹੈ। ਸੋ ਇਹਦੇ ਬਾਰੇ ਜ਼ਰੂਰ ਲੋਕਾਂ ਨੂੰ ਗਾਈਡ ਕਰੋ ਜੀ, ਤਾਂ ਜੋ ਅਸੀਂ ਆਪਣੇ ਸਮਾਜ ਨੂੰ ਘੱਟੋ ਘੱਟ ਬਾਹਰ ਕੱਢ ਸਕੀਏ ਇਸ ਚੀਜ਼ ਚੋਂ। ਜੀ ਬਿਲਕੁਲ, ਕਿਉਂਕਿ ਭਾਰੀ ਮਾਤਰਾ ਨੇ 90% ਦੇ ਨੇੜੇ ਤੇੜੇ ਜਿਹੜੇ ਇਸ ਵੇਲੇ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਨੇ, ਜਿਨ੍ਹਾਂ ਨੂੰ ਜ਼ਿੰਦਗੀ 'ਚ ਕਦੇ ਨਾ ਕਦੇ ਇੱਕ ਅੱਧ ਵਾਰ ਡਿਪਰੈਸ਼ਨ ਹੋਵੇ, ਉਹ ਤਾਂ ਲਗਭਗ ਤੁਸੀਂ ਸਮਝ ਲਓ ਕਿ 99% ਨੇ, ਜੋ ਕਿ ਬਹੁਤ ਜ਼ਿਆਦਾ ਵੱਡੀ ਗਿਣਤੀ ਹੈ। ਪਰ ਉਹ ਚੀਜ਼ ਜਿੱਥੋਂ ਤੱਕ ਅਸੀਂ ਮੰਨੀਏ ਕਿ ਕਦੇ ਕਦਾਈ ਡਿਪਰੈਸ਼ਨ ਵੱਲ ਚਲੇ ਜਾਣਾ ਕੋਈ ਐਡੀ ਖਤਰਨਾਕ ਨਹੀਂ ਹੈ, ਕਿਉਂਕਿ ਅਸੀਂ ਨਾਰਮਲ ਹੋ ਜਾਂਦੇ ਹਾਂ। ਫਿਰ ਵੀ 90% ਦੇ ਕਰੀਬ ਜਿਹੜੇ ਡਿਪਰੈਸ਼ਨ ਨਾਲ ਜੂਝ ਰਹੇ ਨੇ ਰੋਜ਼ਮਰਾ ਦੀ ਜ਼ਿੰਦਗੀ ਵਿੱਚ, ਉਹ ਵਾਕਈ ਇੰਨੀ ਕੁ ਖਤਰੇ ਦੀ ਹੈ ਕਿ ਕਿਹਾ ਜਾ ਰਿਹਾ ਹੈ ਕਿ ਸਾਲ 2030 ਤੱਕ ਇਹ ਇੱਕ ਮੈਂਟਲ ਡਿਸਆਰਡਰ ਵਾਂਗ ਉੱਭਰ ਕੇ ਸਾਹਮਣੇ ਆਏਗਾ, ਜੋ ਬੜਾ ਮੁਸ਼ਕਿਲ ਹੋ ਜਾਏਗਾ ਦੁਨੀਆ ਨੂੰ ਸਾਰਾ ਕੁਝ ਇਸ ਬਾਬਤ ਵਿੱਚ ਸਾਂਭਣਾ। ਸੋ ਇਸ ਬਾਰੇ ਗੱਲ ਜ਼ਰੂਰ ਕਰਨੀ ਚਾਹੀਦੀ ਹੈ, ਮੈਂਟਲ ਹੈਲਥ ਬਾਰੇ, ਕਿ ਕਿਵੇਂ ਅਸੀਂ ਰੋਜ਼ਮਰਾ ਦੀ ਜ਼ਿੰਦਗੀ ਵਿੱਚੋਂ ਟੁੱਟ ਕੇ ਤੇ ਫਿਰ ਅਸੀਂ ਇੰਨੀ ਡਿਪਰੈਸ਼ਨ 'ਚ ਚਲੇ ਜਾਂਦੇ ਹਾਂ ਕਿ ਸਾਨੂੰ ਖੁਦਕੁਸ਼ੀ ਤੱਕ ਚਲੇ ਜਾਣਾ ਜਾਂ ਮਾਨਸਿਕ ਰੋਗੀ ਬਣ ਕੇ ਹਸਪਤਾਲਾਂ 'ਚ ਦਾਖਲ ਹੋਣਾ, ਇਹ ਚੀਜ਼ ਵਾਕਈ ਠੀਕ ਨਹੀਂ ਹੈ। ਬੱਚੇ ਜਿਹੜੇ ਇੰਡੀਆ 'ਚ ਪੜ੍ਹ ਕੇ ਆਏ ਨੇ, ਉਹਨਾਂ ਨੂੰ ਇੱਥੇ ਆ ਕੇ ਐਂ ਲੱਗਦਾ ਵੀ ਨਾ ਭਾਈ ਸਾਡੇ ਤਾਂ ਦਾਦਾ ਦਾਦੀ ਉੱਥੇ, ਅਸੀਂ ਤਾਂ ਉੱਥੇ ਹੀ ਜਾਣਾ ਹੈ, ਉੱਥੇ ਹੀ ਜਾਣਾ ਹੈ। ਸੋ ਉਹ ਵੀ ਇੱਥੇ ਇਕੱਲਾਪਣ ਮਹਿਸੂਸ ਕਰਦੇ ਨੇ। ਕੀ ਇਹੋ ਜਿਹੇ ਕਾਰਨ ਹੈਗੇ ਨੇ ਜੀ ਡਿਪਰੈਸ਼ਨ ਵੱਲ ਵਧਣ ਦੇ ਜਾਂ ਬਿਮਾਰੀ ਲੈਣ ਦੇ? ਬਿਲਕੁਲ, ਦਰਅਸਲ ਜਦੋਂ ਅਸੀਂ ਬਹੁਤ ਸਾਰੇ ਕਾਰਨ ਹੁੰਦੇ ਨੇ ਡਿਪਰੈਸ਼ਨ ਵੱਲ ਜਾਣ ਦੇ, ਜਿਨ੍ਹਾਂ ਵਿੱਚੋਂ ਮੈਂ ਇੱਕ ਛੋਟੀ ਜਿਹੀ ਕਹਾਣੀ ਨਾਲ ਤੁਹਾਡੇ ਨਾਲ ਸਾਂਝ ਬਣਾਉਣਾ ਚਾਹਾਂਗੀ। ਬੜੀ ਇੰਟਰਸਟਿੰਗ ਜਿਹੀ ਉਹ ਕਹਾਣੀ ਹੈ ਕਿ ਇੱਕ ਵਾਰ ਰੱਬ ਨੇ ਦਰਅਸਲ ਇੱਕ ਬੰਦੇ ਨੂੰ ਸੀਸ ਦੇ ਦਿੱਤੀ ਕਿ ਤੇਰੇ ਤੋਂ ਮੈਂ ਖੁਸ਼ ਹੋਇਆ, ਤੇਰੀ ਭਗਤੀ ਤੋਂ, ਤੇ ਤੂੰ ਹੁਣ ਮੰਗ ਕੀ ਮੰਗਦਾ। ਸੋ ਉਹਨੇ ਅੱਗੋਂ ਕਿਹਾ ਕਿ ਮੈਨੂੰ ਤਾਂ ਇੰਨੀਆਂ ਸਾਰੀਆਂ ਮੰਗਾਂ ਨੇ, ਮੈਂ ਕਿਵੇਂ ਪੂਰੀਆਂ ਕਰਾਂ। ਸੋ ਉਹਨੂੰ ਕਿਹਾ ਗਿਆ ਵੀ ਚੱਲ ਠੀਕ ਹੈ, ਇਸ ਤਰ੍ਹਾਂ ਕਰ, ਤੂੰ ਜੋ ਵੀ ਮੰਗਣਾ ਮੰਗ ਲੈ। ਰੱਬ ਨੇ ਕਿਹਾ ਵੀ ਉਸ ਤੋਂ ਦੁੱਗਣਾ ਤੇਰੇ ਗੁਆਂਢੀ ਨੂੰ ਮਿਲ ਜਾਏਗਾ। ਉਹ ਕਹਿੰਦਾ ਠੀਕ ਹੈ ਕੋਈ ਨਾ, ਪਰ ਮੈਂ ਮੰਗਣਾ ਸ਼ੁਰੂ ਤਾਂ ਕਰਾਂ। ਉਹਨੇ ਕਿਹਾ ਠੀਕ ਹੈ ਜੀ, ਮੈਨੂੰ ਇੱਕ ਘਰ ਚਾਹੀਦਾ ਹੈ, ਗੁਆਂਢੀ ਕੋਲ 2 ਹੋ ਗਏ। ਕਾਰ ਚਾਹੀਦੀ ਹੈ, ਗੁਆਂਢੀ ਕੋਲ 2 ਹੋ ਗਈਆਂ। ਸੋ ਕਰਦੇ ਕਰਾਂਦੇ ਇੱਕ ਫੈਕਟਰੀ ਉਹਦੇ ਕੋਲ 2 ਹੋ ਗਈਆਂ। ਹੁਣ ਹਾਲ ਇਹ ਪਹੁੰਚ ਗਿਆ ਕਿ ਉਹਨੇ ਕਿਹਾ ਮੈਨੂੰ ਇੱਕ ਮੁੰਡਾ, ਉਹਦੇ 2 ਹੋ ਗਏ। ਹੁਣ ਉਸ ਨੂੰ ਨੀਂਦ ਆਉਣੀ ਬੰਦ ਹੋ ਗਈ, ਯਾਨੀ ਜੋ ਚੀਜ਼ਾਂ ਉਹ ਮੰਗਦਾ ਸੀ ਸਭ ਚੀਜ਼ਾਂ ਉਹਦੇ ਕੋਲ ਪੂਰੀਆਂ ਹੋ ਗਈਆਂ, ਪਰ ਸੀਵੀਅਰ ਡਿਪਰੈਸ਼ਨ 'ਚ ਚਲਾ ਗਿਆ, ਰਾਤ ਭਰ ਨੀਂਦ ਨਾ ਆਵੇ। ਕਾਰਨ ਉਹਦੇ ਕੋਲ ਮੇਰੇ ਤੋਂ ਦੁੱਗਣਾ ਕਿਉਂ ਆ। ਹੁਣ ਇਹ ਹਾਲ ਤੇ ਆਇਆ ਬੰਦਾ, ਜੋ ਉਹਦਾ ਨੈਕਸਟ ਸਟੈਪ ਜਿਹੜਾ ਸਾਰੇ ਆਪਣੇ ਪੌੜੇ ਦੀ ਜੜ ਹੈ, ਕਿ ਉਹਨੇ ਅਗਲੇ ਦਿਨ ਇਸ ਹੱਦ ਤੱਕ ਚਲਾ ਗਿਆ ਕਿ ਮੇਰੀ ਕੱਖ ਫੁੱਟ ਜੇ, ਮੇਰੀਆਂ ਦੋਨੋਂ ਫੁੱਟ ਗਈਆਂ, ਮੇਰਾ ਇੱਕ ਹੱਥ ਟੁੱਟ ਜੇ, ਉਹਦੇ ਦੋਨੋਂ ਟੁੱਟ ਗਈਆਂ। ਇਸ ਹੱਦ ਤੱਕ ਅਖੀਰ ਰੁਕਿਆ ਕਿ ਮੇਰਾ ਮੁੰਡਾ ਮਰ ਜਾਏ, ਤਾਂ ਉਹਦੇ ਦੋਨੋਂ ਮੁੰਡੇ ਮਰ ਗਏ। ਯਾਨੀ ਇਹ ਹੈ ਅਸਲ ਕਿ ਤੁਸੀਂ ਸਾਰਾ ਕੁਝ ਹੋਣ ਦੇ ਬਾਵਜੂਦ ਜੋ ਤੁਹਾਨੂੰ ਮਿਲ ਜਾਂਦਾ, ਅਸੀਂ ਉਸ ਤੋਂ ਸੰਤੁਸ਼ਟ ਨਹੀਂ ਹਾਂ। ਸਬਰ ਸਾਡੇ 'ਚ ਖਤਮ ਹੈ। ਪੀੜ ਸਿਰਫ ਇਹ ਹੋ ਜਾਂਦੀ ਹੈ ਦੂਜੇ ਨੇ ਮੇਰੇ ਬਾਰੇ ਕੀ ਕਿਹਾ, ਮੈਂ ਉਸ ਤੋਂ ਆਖਾਂ, ਜਾਂ ਦੂਜੇ ਨੇ ਮੇਰੇ ਤੋਂ ਵੱਧ ਕਿਉਂ ਲੈ ਲਿਆ। ਫਲਾਣੇ ਦੀ ਨੂੰਹ ਕਿਸ ਤਰ੍ਹਾਂ ਦੀ, ਫਲਾਣੇ ਦੀ ਫੈਕਟਰੀ 'ਚ ਕਿਸ ਤਰ੍ਹਾਂ ਦੀ, ਫਲਾਣੇ ਦਾ ਪੁੱਤਰ ਕਿਸ ਤਰ੍ਹਾਂ ਦਾ, ਉਹਦੇ ਕੋਲ ਮੁੰਡਾ ਹੈ ਜਾਂ ਕੁੜੀ ਹੈ। ਯਾਨੀ ਇਹ ਇਸ ਤਰ੍ਹਾਂ ਦੇ ਝਮੇਲੇ ਸਾਡੇ ਦਿਮਾਗ ਨੂੰ ਜਕੜ ਲੈਂਦੇ ਨੇ ਕਿ ਜੋ ਮੌਜੂਦਾ ਹਾਲ ਵਿੱਚ ਸਾਨੂੰ ਜਿਹੜੀ ਖੁਸ਼ੀ ਦੇ ਸਕਦੀਆਂ ਚੀਜ਼ਾਂ, ਜਿਨ੍ਹਾਂ ਦੀ ਅਸੀਂ ਕਦੇ ਉਹ ਮੰਗ ਕਰਦੇ ਹੁੰਦੇ ਹਾਂ, ਉਹ ਹੁੰਦੇ ਹੋਇਆਂ ਵੀ ਅਸੀਂ ਖੁਸ਼ ਨਹੀਂ ਹੁੰਦੇ। ਜੀ ਬਿਲਕੁਲ ਡਾਕਟਰ ਸਾਹਿਬ, ਬਾਬਾ ਬੁੱਲੇ ਸ਼ਾਹ ਕਹਿ ਗਏ ਸੀ, ਕਹਿੰਦੇ ਚਾਦਰ ਮੈਲੀ ਸਾਬਣ ਥੋੜਾ, ਚਾਦਰ ਮੈਲੀ ਸਾਬਣ ਥੋੜਾ, ਬੈਠ ਕਿਨਾਰੇ ਧੋਵੇਂਗਾ, ਦਾਗ ਨਹੀਂ ਛੁੱਟਣੇ ਪਾਪਾਂ ਵਾਲੇ, ਧੋਵੇਂਗਾ ਫਿਰ ਰੋਵੇਂਗਾ। ਬਿਲਕੁਲ, ਪਰ ਗੱਲ ਮੋਟੀ ਇਹ ਹੁੰਦੀ ਹੈ ਕਿ ਅਸੀਂ ਜਿਸ ਦੌੜ 'ਚ ਸ਼ਾਮਲ ਹਾਂ, ਉਹਦੇ ਵਿੱਚ ਸਾਨੂੰ ਇੱਕ ਠਹਿਰਾਓ ਵਰਗੀ ਚੀਜ਼ ਖਤਮ ਹੋ ਗਈ ਕਿ ਕੋਈ ਸਬਰ ਜਾਂ ਸੰਤੋਖ ਜਾਂ ਸ਼ੁਕਰਾਨਾ। ਹੁਣ ਦੇਖੋ, ਮਿਸਾਲ ਤੁਹਾਡੀ ਲਵਾਂ ਜੀ, ਕਿ ਦੁਨੀਆ ਦਾ ਸਭ ਤੋਂ ਖੁਸ਼ ਬੰਦਾ ਜੇ ਮੇਰੇ ਅਨੁਸਾਰ ਤਾਂ ਵੀ ਇਹ ਹੋਣੇ ਚਾਹੀਦੇ ਨੇ। ਕਿਉਂ?
ਕਿਉਂਕਿ ਉੱਥੇ ਪੰਜਾਬ ਦਾ ਹਰ ਘਰ ਨਾ ਕਿਸੇ ਤਰੀਕੇ ਕੈਨੇਡਾ ਜਾਣਾ ਤੇ ਜਦੋਂ ਕੋਈ ਇੱਥੇ ਆ ਗਿਆ ਤਾਂ ਬੰਦਾ ਸੋਚਦਾ ਕਿ ਹਾਂ ਉਹਦੇ ਕੋਲ ਸਾਰਾ ਕੁਝ ਹਾਸਲ ਹੋ ਗਿਆ। ਪਰ ਜਦੋਂ ਅਸੀਂ ਅੰਕੜੇ ਦੇਖਦੇ ਹਾਂ ਕੈਨੇਡਾ ਦੇ ਵਿੱਚ ਜਿਸ ਤਰੀਕੇ ਦੀ ਡਿਪਰੈਸ਼ਨ ਵੱਧ ਰਹੀ ਹੈ, ਸਭ ਜੋ ਫੋਨ ਕਿਸ ਤਰ੍ਹਾਂ ਦੇ ਮੈਨੂੰ ਆਉਂਦੇ ਨੇ ਤੇ ਮੈਂ ਬਹੁਤ ਸੀਵੀਅਰ ਡਿਪਰੈਸ਼ਨ ਚ, ਕੋਈ ਦਵਾਈ ਦੱਸੋ। ਜਦੋਂ ਪੁੱਛੀਦਾ ਦੱਸੋ ਕੀ ਹੋ ਗਿਆ, ਕੋਈ ਕਾਰੋਬਾਰ ਠੱਪ ਹੋ ਗਿਆ, ਨਹੀਂ। ਤੁਹਾਡੀ ਨੌਕਰੀ ਹੈ, ਹਾਂਜੀ ਹੈ। ਘਰ ਠੀਕ ਠਾਕ ਹੈ, ਹਾਂਜੀ ਹੈ। ਕਾਰ ਹੈ, ਹਾਂਜੀ 3 ਗੱਡੀਆਂ ਨੇ। ਬੱਚੇ ਠੀਕ ਨੇ, ਹਾਂਜੀ ਬਿਲਕੁਲ ਠੀਕ ਨੇ, ਵਧੀਆ ਸਕੂਲਾਂ 'ਚ ਨੇ, ਹਾਂਜੀ ਪੜ੍ਹ ਰਹੇ ਨੇ, ਉਹਨਾਂ ਦੀ ਕੋਈ ਦਿੱਕਤ ਨਹੀਂ ਜੀ। ਪਤੀ ਘਰੋਂ ਦੌੜ ਗਿਆ, ਨਹੀਂ ਜੀ। ਯਾਨੀ ਸਾਰਾ ਕੁਝ ਠੀਕ ਹੈ, ਹਾਂਜੀ। ਫਿਰ ਡਿਪਰੈਸ਼ਨ ਕਿਸ ਚੀਜ਼ ਦੀ? ਯਾਨੀ ਕਹਿਣ ਦਾ ਭਾਵੇਂ ਕਿ ਅਸੀਂ ਆਪਣੇ ਉਸੇ ਦੌੜ 'ਚ ਸ਼ਾਮਲ, ਜੋ ਚੀਜ਼ਾਂ ਸਾਡੇ ਕੋਲ ਹਨ, ਜੋ ਦੂਜੇ ਲੋਕ ਲੋਚਦੇ ਨੇ, ਉਹ ਅਸੀਂ ਮਹਿਸੂਸ ਨਹੀਂ ਕਰ ਪਾ ਰਹੇ ਕਿਉਂਕਿ ਸਾਡੇ ਵਿੱਚ ਉਸ ਸ਼ੁਕਰਾਨੇ ਦੀ ਕਮੀ ਹੋ ਗਈ। ਨਿੱਕੀ ਜਿਹੀ ਗੱਲ ਦੇਖੋ, ਆਪਾਂ ਜੇ ਸੋਚ ਲਈਏ ਰੋਜ਼ ਲੋਕਾਂ ਨੇ ਮਰਨਾ, ਸਾਡਾ ਵੀ ਸਫ਼ਰ ਤਾਂ ਸੀਮਤ ਹੈ, ਪਰ ਉੱਠ ਕੇ ਕਿੰਨੀ ਵੱਡੀ ਚੀਜ਼ ਹੈ, ਮੈਂ ਜਿਉਂਦਾ। ਹੁਣ ਇੱਕ ਹੋਰ ਨਿੱਕੀ ਜਿਹੀ ਤੁਹਾਨੂੰ ਇਸੇ ਤਰ੍ਹਾਂ ਨੁਕਤਾ ਦੱਸਦੀ ਹਾਂ। ਇਹ ਯਾਨੀ ਬਿਠਾ ਕੇ ਲਾਇਬ੍ਰੇਰੀ ਦੇ ਵਿੱਚ ਟੈਸਟ ਕੀਤਾ ਗਿਆ। ਮੇਰੀ ਭਾਈ ਆ, ਤੁਸੀਂ 15 ਜਣੇ ਬੈਠੇ ਹੋ, 15 ਦੇ 15 ਬੰਦਿਆਂ ਨੂੰ 15 ਕਰੋੜ ਦਿੱਤਾ ਜਾਣਾ। ਜਿਹਨਾਂ ਨੇ ਲੈਣਾ ਤੇ ਕੋਈ ਟੈਕਸ ਨਹੀਂ, ਕੁਛ ਨਹੀਂ, ਫ੍ਰੀ ਜੇ। ਹਰ ਇੱਕ ਨੇ ਕਿਹਾ ਹਾਂਜੀ ਲੈਣਾ ਜੀ। ਨਾਲ ਫਿਰ ਇੱਕ ਸ਼ਰਤ ਕਰਨੀ ਹੋਏਗੀ, ਉਹ ਕੀ ਹੈ ਵੀ ਤੁਹਾਡੇ ਕੋਲ ਜ਼ਿੰਦਗੀ ਅੱਜ ਦੀ, ਕੱਲ ਨਹੀਂ ਹੋਣਾ। ਕਿਸੇ ਵੀ ਬੰਦੇ ਨੇ ਕਿਹਾ ਨਾ ਜੀ ਨਾ, ਅਸੀਂ ਨਹੀਂ ਲੈਣਾ। ਸੋ ਸਭ ਤੋਂ ਵੱਡੀ ਗੱਲ ਇਹ ਵੀ ਸਵੇਰੇ ਉੱਠੇ ਆ, ਸ਼ੁਕਰ ਹੈ ਰੱਬਾ ਜਿਉਂਦੇ ਆ, ਅੱਖਾਂ ਚੱਲਦੀਆਂ, ਕੰਨ ਚੱਲਦੇ, ਹੱਥ ਚੱਲਦੇ, ਤੁਰ ਫਿਰ ਸਕਦੇ ਆ, ਸਿਰ ਤੇ ਛੱਤ ਹੈ, 2 ਵੇਲੇ ਦੀ ਰੋਟੀ ਦੇ ਜੁਗਾੜ ਹੈ। ਇਸ ਤੋਂ ਵੱਡੀ ਸ਼ੁਕਰ ਕਰਨ ਦੀ ਹੋਰ ਕੀ ਗੱਲ ਹੈ? ਜਿਉਂਦੇ ਹੋਣਾ ਹੀ ਆਪਣੇ ਆਪ ਵਿੱਚ ਸ਼ੁਕਰ ਕਰਨ ਦੀ ਗੱਲ ਹੈ। ਡਾਕਟਰ ਸਾਹਿਬ ਮਾਫ ਕਰੋ, ਮੈਨੂੰ ਤੁਹਾਡੀ ਗੱਲ ਤੋਂ ਇੱਕ ਗੱਲ ਚੇਤੇ ਆਈ ਆ। ਮੈਨੂੰ ਲੱਗਦਾ ਲੋਕ ਝੂਠ ਤੇ ਸੱਚ ਦਾ, ਇਹ ਬੜੀ ਬਰੀਕ ਜੀ ਗੱਲ ਹੈ, ਸੂਖਮ ਜੀ ਕਲਾਈਨਾਂ ਵਿੱਚ ਝੂਠ ਤੇ ਸੱਚ ਦਾ ਵੀ ਫਰਕ ਸਮਝਣਾ ਬੰਦ ਕਰ ਗਏ ਨੇ। ਪਾਪ ਪੁੰਨ ਦਾ ਥੋੜਾ ਮੈਨੂੰ ਲੱਗਦਾ ਦੂਰ ਦੀ ਗੱਲ ਹੈ ਜੀ। ਬਿਲਕੁਲ ਸੱਚੀ ਗੱਲ ਹੈ, ਕਿਉਂਕਿ ਦੇਖੋ ਕਾਰਨ ਕੀ ਹੈ, ਸਾਡਾ ਦਿਮਾਗ ਉਕਸਾਉਂਦਾ ਹੈ ਹੋਰ ਨੂੰ। ਅੱਜ ਅਸੀਂ ਕਹਿੰਦੇ ਹਾਂ ਵੀ ਕਾਸ਼ ਜੇ ਸਾਡੇ ਕੋਲ ਕਦੇ ਕਾਰ ਹੋਵੇ, ਸਾਨੂੰ ਤਾਂ ਕੁਝ ਚਾਹੀਦਾ ਹੀ। ਤਾਂ ਉਹ ਜਦੋਂ ਉਹ ਬੰਦਾ ਉਸ ਥਾਂ ਤੇ ਪਹੁੰਚਦਾ ਵੀ ਘਰ ਮਿਲ ਗਈ, ਘਰ ਮਿਲ ਗਿਆ, ਤਾਂ ਉਹਨੂੰ ਫਿਰ ਚੁਫੇਰੇ ਦਿਸਣ ਲੱਗਦਾ, ਅੱਛਾ ਉਹਦੇ ਕੋਲ ਆਹ ਚੀਜ਼ਾਂ ਹੋਰ ਵੀ ਨੇ, ਉਹ ਮੇਰੇ ਕੋਲ ਨਹੀਂ ਨੇ। ਯਾਨੀ ਉਹ ਹੋਰ ਦੀ ਲਾਲਸਾ ਹੈ ਜਿਹੜੀ ਤੁਹਾਨੂੰ ਮੌਜੂਦਾ ਸਮੇਂ ਦੀ, ਕਿ ਮੇਰੇ ਬੱਚੇ ਨੇ ਪਹਿਲਾ ਕਦਮ ਪੁੱਟਿਆ, ਕਿੰਨੀ ਖੁਸ਼ੀ ਦੀ ਗੱਲ ਹੈ, ਕਮਾਲ ਹੋ ਗਈ, ਅੱਜ ਸੈਲੀਬ੍ਰੇਟ ਕਰੀਏ। ਉਹ ਚੀਜ਼ ਅਸੀਂ ਕਹਿੰਦੇ ਨਹੀਂ ਨਹੀਂ ਨਹੀਂ, ਸੈਲੀਬ੍ਰੇਟ ਹੋਣਾ ਜਦੋਂ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਹੋਊਗਾ, ਤੇ ਜਦੋਂ ਉੱਥੇ ਪਹੁੰਚਾਂਗੇ ਫਿਰ ਹੋਰ। ਪਰ ਗੱਲ ਇਹ ਹੈ ਕਿ ਦੁਨੀਆ ਦੇ ਸਭ ਤੋਂ ਅਮੀਰ ਬੰਦੇ ਨੂੰ ਜੇ ਸਾਡੇ ਕੋਲ ਮੈਡੀਕਲ ਲਿਟਰੇਚਰ ਵਿੱਚ ਸਾਡੇ ਕੋਲ ਇਹ ਦਰਜ ਹੈ ਚੀਜ਼ਾਂ ਕਿ ਉਹ ਵੀ ਡਿਪਰੈਸ਼ਨ ਦੀ ਦਵਾਈ ਖਾ ਰਿਹਾ, ਤੇ ਦੂਜੇ ਪਾਸੇ ਦੁੱਖ ਨਿਵਾਰਨ ਸਾਹਿਬ ਦੇ ਕੋਲ ਆਓ, ਨੰਗੇ ਧੜ ਪਏ, ਕੋਈ ਦਵਾਨੀ ਚਵਾਨੀ ਵੀ ਨਹੀਂ, ਤੇ ਸੜਕ ਦੇ ਕਿਨਾਰੇ ਭੀੜ ਭੜੱਕੇ ਵਿੱਚ ਜਿੰਨੇ ਮਰਜ਼ੀ ਹੌਰਨ ਵੱਜੇ ਹੁਣ ਹੁੰਦਾ ਮਜ਼ੇ ਨਾਲ। ਜੇ ਪੁੱਛੋ ਕੀ ਹਾਲ ਹੈ, ਮੁਸਕਰਾ ਕੇ ਕਹਿੰਦਾ ਮੌਜਾਂ ਹੀ ਹੈ, ਤਾਂ ਫਿਰ ਸਮਝ ਸਕਦੇ ਹਾਂ ਕਿ ਤਸੱਲੀ ਤਾਂ ਮਨ ਦੀ ਜੇ। ਸੋ ਦੋਸਤੋ, ਨਮਕ ਦੀ ਤਰ੍ਹਾਂ ਕਹਿੰਦੇ ਜੀ, ਜੇ ਕੋਈ ਕੌੜਾ ਗਿਆਨ ਦੇਣ ਵਾਲਾ ਹੁੰਦਾ ਹੈ ਤਾਂ ਉਹ ਦੋਸਤ ਹੀ ਹੁੰਦਾ ਹੈ ਤੁਹਾਡਾ। ਤੇ ਅਕਸਰ ਤੁਸੀਂ ਸੁਣਿਆ ਵੀ ਹੋਊਗਾ, ਦੇਖਿਆ ਹੋਊਗਾ, ਪੂਰਾ ਇਤਿਹਾਸ ਵੀ ਗਵਾਹ ਆ ਕਿ ਨਮਕ ਦੇ ਵਿੱਚ ਕਦੇ ਕੀੜੇ ਨਹੀਂ ਪਏ। ਸੋ ਡਾਕਟਰ ਹਰਸ਼ਿੰਦਰ ਕੌਰ ਦੀਆਂ ਵਡਮੁੱਲੀਆਂ ਗੱਲਾਂ ਜੇ ਤੁਸੀਂ ਪੱਲੇ ਬੰਨ੍ਹ ਲਓ ਔਰ ਆਪਣੀ ਜ਼ਿੰਦਗੀ 'ਚ ਛੋਟੀਆਂ ਚੀਜ਼ਾਂ ਆਪਣੀਆਂ ਸੁਧਾਰਨੀਆਂ ਸ਼ੁਰੂ ਕਰ ਦਿਓ, ਝੂਠ ਤੋਂ ਸੱਚ ਤੇ ਆ ਜਾਓ। ਅਸੀਂ ਕਹਿ ਦਿੰਦੇ ਆ ਇੰਨਾ ਕੁ ਝੂਠੇ ਦਾ ਨਾਲ ਕੀ ਫਰਕ ਪੈਂਦਾ ਆ। ਸੋ ਉਹੀ ਚੀਜ਼ ਪੀੜ੍ਹੀ ਦਰ ਪੀੜ੍ਹੀ ਅੱਗੇ ਚੱਲੀ ਜਾਂਦੀ ਆ। ਅਸੀਂ 2 ਝੂਠ ਬੋਲਦੇ ਆ, ਸਾਡੇ ਬੱਚੇ 4 ਬੋਲਣਗੇ, ਉਹਨਾਂ ਦੇ ਨਿਆਣੇ 10 ਬੋਲਣਗੇ, ਪੀੜ੍ਹੀ ਦਰ ਪੀੜ੍ਹੀ ਇੱਦਾਂ ਹੀ ਚੱਲੀ ਜਾਂਦੀ ਹੈ ਜੀ। ਤਾਂ ਹੀ ਕਹਿੰਦੇ ਆ ਕਿ ਜੀਨਸ ਫਲੋਟ ਕਰਦੇ ਨੇ, ਤੇ ਆਪਣੇ ਜੀਨਸ ਨੂੰ ਅਸੀਂ ਹੌਲੀ ਸਿੱਧੇ ਪਾਸੇ ਵੱਲ ਜਾਣਾ ਸ਼ੁਰੂ ਕਰੀਏ। ਤੇ ਡਾਕਟਰ ਮੈਨੂੰ ਲੱਗਦਾ ਫਿਰ ਵੀ 2 ਪੀੜ੍ਹੀਆਂ ਲੱਗ ਜਾਣਗੀਆਂ ਸੁਧਰਦੇ ਹੋਏ। ਪਰ ਗੱਲ ਇਹ ਹੈ ਜੀ, ਜਿਹੜਾ ਅਹਿਮ ਇਸ ਵੇਲੇ ਮੁੱਦਾ ਸਾਰੇ ਦੁਨੀਆ ਦੇ ਸਾਹਮਣੇ ਹੈ, ਜੋ ਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਵੱਲੋਂ ਵੀ ਚਿੰਤਾ ਜ਼ਾਹਰ ਕੀਤੀ ਗਈ ਹੈ, ਉਹ ਹੈ ਸੋਸ਼ਲ ਮੀਡੀਆ। ਦਰਅਸਲ ਜਿਸ ਤਰੀਕੇ ਉਹ ਸਾਡੇ ਦਿਮਾਗ ਨੂੰ ਜਕੜ ਰਿਹਾ, ਜਿਸ ਤਰੀਕੇ ਸਾਡੀ ਸੋਚਣ ਸਮਝਣ ਦੀ ਸ਼ਕਤੀ ਦੇ ਉੱਤੇ ਅਸਰ ਪਾ ਰਿਹਾ, ਸਾਡੇ ਬੌਧਿਕ ਵਿਕਾਸ ਨੂੰ ਖਤਮ ਕਰ ਰਿਹਾ, ਉਹ ਚੀਜ਼ ਸਾਡੇ ਇੱਕ ਤਰੀਕੇ ਬੰਬਾਰਡਮੈਂਟ ਹੋ ਰਹੀ ਹੈ ਸਾਡੇ ਅੰਦਰ। ਯਾਨੀ ਇੱਕ ਗੱਲ ਫਿਰ ਦੂਸਰੀ, ਫਿਰ ਤੀਸਰੀ, ਫਿਰ ਚੌਥੀ। ਇੱਕ ਕੰਪਿਊਟਰ ਤੇ ਵੀ ਜੇ ਤੁਸੀਂ ਇਕੱਠੇ 50 ਚੀਜ਼ਾਂ ਵੜ ਦਿਓਗੇ
ਉਹ ਵੀ ਡਾਊਨ ਹੋ ਜਾਂਦਾ ਕਿ ਅਜੇ ਹੁਣ ਜ਼ਿਆਦਾ ਹੋ ਗਿਆ। ਉਹ ਹੁਣ ਦਿਮਾਗ ਜਿਹੜਾ ਸਹਿਜੇ ਸਹਿਜੇ ਚੀਜ਼ ਸਮੋਂਦਾ, ਫਿਰ ਉਹਦੇ ਕਨੈਕਸ਼ਨਸ ਬਣਦੇ ਨੇ, ਉਹਨੂੰ ਪੱਕੀ ਯਾਦ, ਯਾਨੀ ਇੱਕ ਥੋੜ੍ਹੀ ਜਿਹੀ ਯਾਦ ਆ, ਇੱਕ ਪੱਕੀ ਯਾਦ ਆ, ਫਿਰ ਇਸ ਤਰ੍ਹਾਂ ਵੱਖੋ ਵੱਖਰਾ ਸਿਸਟਮ ਹੈ, ਉਹਦੀ ਸੀਮੈਂਟਿੰਗ ਹੋਣੀ ਹੈ। ਉਹ ਸਾਰੇ ਸਿਸਟਮ ਨੂੰ ਤਾਂ ਅਸੀਂ ਗੜਬੜਾ ਦਿੱਤਾ, ਉਹ ਤਾਂ ਉਸ ਹਿਸਾਬ ਨਾਲ ਨਹੀਂ ਤੁਰਦਾ। ਨਤੀਜਾ ਜੇ ਕਿ ਸਾਡੇ ਛੇਤੀ ਦਿਮਾਗ ਦਾ ਸੁੰਗੜਨਾ ਦੇਖਿਆ ਗਿਆ, ਯਾਦਾਸ਼ਤ ਦਾ ਭੁੱਲਣਾ, ਚਾਬੀ ਰੱਖੀ ਸੀ ਖਰੇ ਕਿੱਥੇ ਗਈ, ਆ ਹੁਣੇ ਕੋਈ ਕੰਮ ਸੀ ਪਤਾ ਨਹੀਂ ਕੀ ਕਿਹਾ ਸੀ, ਆ ਐਡਰੈਸ ਸੀ ਪਤਾ ਨਹੀਂ ਕੀ ਸੀ, ਯਾਨੀ ਉਹ ਇੰਨੇ ਕੰਮ ਨੇ ਕਿ ਉਹ ਦਿਮਾਗ ਹੌਲੀ ਹੌਲੀ ਛੰਡਣਾ ਸ਼ੁਰੂ ਕਰ ਦਿੰਦਾ ਚੀਜ਼ਾਂ ਨੂੰ ਕਿ ਨਹੀਂ ਇਹਨਾਂ ਦੀ ਲੋੜ ਨਹੀਂ। ਹੁਣ ਉਹਦਾ ਅਸਰ ਕਿਵੇਂ ਪੈ ਰਿਹਾ ਕਿ ਜਦੋਂ ਅਸੀਂ ਇਸ ਤਰੀਕੇ ਦੇ ਮਾਹੌਲ ਚੋਂ ਲੰਘਦੇ ਹਾਂ ਕਿ ਸਾਨੂੰ ਸਾਰੇ ਪਾਸਿਓਂ ਦਿਮਾਗ ਬੰਦ ਲਿਆ ਪਿਆ, ਉਹਦੇ ਵਿੱਚ ਫਿਰ ਸ਼ੁਰੂ ਹੁੰਦਾ ਜੇ ਚਿੜਚਿੜਾਪਨ, ਖਿੱਝ, ਘਰੇਲੂ ਹਿੰਸਾ, ਆਪਸੀ ਲੜਾਈ, ਰੋਡ ਰੇਜ, ਡਰੱਗਸ, ਐਲਕੋਹਲ, ਫਿਰ ਯਾਨੀ ਇਹ ਫਿਰ ਹਥਿਆਰ ਚੁੱਕਣੇ, ਇਹ ਸਾਰਾ ਸਿਸਟਮ ਜੇ ਜਿਹੜਾ ਹੌਲੀ ਹੌਲੀ ਵਿਗੜ ਰਿਹਾ ਦੁਨੀਆ ਭਰ 'ਚ ਤੁਸੀਂ ਦੇਖ ਰਹੇ ਹੋ, ਵਾਇਲੈਂਸ ਵੱਧਦੀ ਜਾਂਦੀ। ਕਾਰਨ ਸਿਰਫ ਇਹ ਕਿ ਅਸੀਂ ਸਹਿਜ ਹੋਣਾ ਭੁੱਲ ਗਏ ਕਿ ਕੀ ਆਪਣੇ ਮਨ ਦੇ ਨਾਲ ਕਦੇ ਗੱਲ ਕੀਤੀ ਤੇ ਭਾਈ ਤੈਨੂੰ ਇੰਨਾ ਕੁਝ ਚਾਹੀਦਾ ਸੀ, ਤੈਨੂੰ ਹੁਣ ਤੂੰ ਡਰਾਮਾ ਰੱਖ, ਠੀਕ ਹੈ। ਉਹ ਜਿਹੜਾ ਆਪਣੇ ਆਪ ਨੂੰ ਸਮਝਾਣਾ, ਉਸ ਤੋਂ ਵੱਡੀ ਡਾਕਟਰੀ ਹੋ ਨਹੀਂ ਸਕਦੀ, ਨਾ ਉਸ ਤੋਂ ਵੱਡਾ ਕੋਈ ਡਾਕਟਰ ਦੁਨੀਆ ਦਾ ਹੈ। ਸੋ ਮੇਨ ਅਹਿਮ ਮੁੱਦਾ ਹੈ ਕਿ ਅਸੀਂ ਸ਼ਾਂਤ ਹੋਣਾ ਸਿੱਖੀਏ, ਕਿਸੇ ਥਾਂ ਤੇ ਤਸੱਲੀ ਰੱਖੀਏ ਕਿ ਹਾਂ ਇੱਥੇ ਠੀਕ ਹੈ, ਬਸ ਇੰਨੇ ਤੇ ਮੈਂ ਠੀਕ ਹਾਂ। ਉਹ ਹੀ ਜਿਹੜੀ ਆਪਣੇ ਆਪ ਨੂੰ, ਮਨ ਨੂੰ ਤਸੱਲੀ ਨਹੀਂ ਹੁੰਦੀ, ਮਨ ਜੀਤਾ ਜਗਜੀਤ ਵਾਲੀ ਚੀਜ਼ ਭੁੱਲ ਗਏ ਆ। ਨਤੀਜਾ ਜੇ ਕਿ ਅਸੀਂ ਆਪਣੇ ਸੈਲਫ ਸੈਂਟਰਡ ਇੰਨੇ ਆ ਵੀ ਜਿਹਨੇ ਜੰਮਿਆ ਸਾਨੂੰ, ਉਹ ਮਾਂ ਪਿਓ ਵੀ ਇੱਕ ਸਟੇਜ ਤੇ ਆ ਕੇ ਭਾਰ ਲੱਗਦੇ ਨੇ, ਇਹ ਉੱਥੇ ਰੱਖ ਦੇਣ। ਤੁਸੀਂ ਵੀ ਪਟਿਆਲੇ ਸੋ, ਮੈਂ ਵੀ ਉਦੋਂ ਉੱਥੇ ਹੀ ਸਾਂ। ਅਸੀਂ ਦੇਖਿਆ ਕਿ ਕਿਵੇਂ ਕੋਵਿਡ ਨੇ ਜੋ ਤਹਿਸ ਨਹਿਸ ਮਚਾਈ, ਵੀ ਰੋਜ਼ ਦੇ ਹਾਲ ਹੁੰਦੇ ਸੀ, ਫੋਨ ਆਣੇ ਕਿ ਕੋਈ ਨਾ ਜੀ ਮਰ ਗਈ ਮਾਂ, ਕੋਈ ਨਾ ਜੀ ਪਿਓ ਮਰ ਗਿਆ, ਆਪੇ ਦਫਨ ਕਰ ਦਿਓ ਜੀ, ਏਦਾਂ ਕਰ ਦਿਓ, ਅਸੀਂ ਆਣਾ ਵੀ ਨਹੀਂ। ਉਹ ਸਿਚੁਏਸ਼ਨ ਆ ਜਾਂਦੀ ਹੈ ਜਿੱਥੇ ਬੰਦਾ ਮੋਹ ਵੀ ਖਤਮ, ਹਰ ਬੰਧਨ ਅਸੀਂ ਤੋੜ ਕੇ ਸਿਰਫ ਆਪਣੇ ਤੱਕ ਸੀਮਤ ਹੋਣਾ, ਜੋ ਸਮਾਜ ਦਾ ਘਿਨਾਉਣਾ ਰੂਪ ਵਿਖਾਉਂਦਾ, ਜਿੱਥੋਂ ਵਰਲਡ ਹੈਲਥ ਆਰਗੇਨਾਈਜੇਸ਼ਨ ਲਿਟਰਲੀ ਕੰਬ ਗਈ ਕਿ ਉਹ ਕਹਿ ਰਹੀ ਕਿ ਮਾਨਸਿਕ ਰੋਗੀਆਂ ਦੀ ਭੀੜ 2030 ਚ ਸਾਂਭੀ ਨਹੀਂ ਜਾਣੀ, ਹਜੇ ਵੀ ਵੇਲਾ, ਸਹਿਜ ਹੋਵੋ, ਭੱਜੀ ਨਾ ਜਾਓ, ਤੁਸੀਂ ਆਪਣੀ ਜ਼ਿੰਦਗੀ ਦੀ ਮੌਤ ਵੱਲ ਨੂੰ ਭੱਜ ਰਹੇ ਹੋ, ਭਈ ਉੱਥੇ ਖਲੋ ਕੇ ਜ਼ਿੰਦਗੀ ਜਿਓ। ਸੋ ਇਹ ਅਸਲ ਮੁੱਦਾ ਜਿਹੜਾ ਅਸੀਂ ਭੁੱਲ ਗਏ ਕਿ ਹੁਣ ਤੱਕ ਜਿੱਥੇ ਪਹੁੰਚ ਚੁੱਕੇ ਹਾਂ ਦੁਨੀਆ ਲੋਚਦੀ ਹੈ, ਯਾਨੀ ਇਹ ਸੁਨੇਹਾ ਦਿੱਤਾ ਗਿਆ ਕਿ ਉਤਾਂਹ ਵੱਲ ਝਾਕਣ ਦੀ ਥਾਂ ਹੇਠਾਂ ਝਾਕੋ, ਕਿ 80% ਦੁਨੀਆ ਭੁੱਖੀ ਜੇ, ਤੁਹਾਨੂੰ 2 ਵੇਲੇ ਦੀ ਰੋਟੀ ਮਿਲ ਰਹੀ ਹੈ, ਬਹੁਤ ਵਧੀਆ। ਲੋਕ ਤਰਸਦੇ ਨੇ ਸਕੂਲਾਂ 'ਚ ਜਾਣ ਨੂੰ, ਨਹੀਂ ਹੈ, ਅਸੀਂ ਉਹ ਪੜ੍ਹਾਈ ਹਾਸਲ ਕਰ ਚੁੱਕੇ ਹਾਂ। ਸੋ ਇਹ ਚੀਜ਼ ਜਦੋਂ ਆਪਾਂ ਪਿੱਛਾਂ ਦੇਖਦੇ ਹਾਂ ਤਾਂ ਥੋੜਾ ਸਹਿਜ ਹੋ ਜਾਵਾਂਗੇ, ਵਰਨਾ ਰੇਸ ਵਿੱਚ ਆਪਣੀ ਜ਼ਿੰਦਗੀ ਛੋਟੀ ਕਰ ਜਾਵਾਂਗੇ। ਜੀ ਬਿਲਕੁਲ ਡਾਕਟਰ ਸਾਹਿਬ, ਬਜ਼ੁਰਗ ਸਾਡੇ ਹੁੰਦੇ ਆ, ਥੋੜਾ ਜਿਹਾ ਕਿਤੇ ਬੁਖਾਰ ਹੁੰਦਾ, ਉਹ ਕਹਿੰਦੇ ਹੋਰ ਨਹੀਂ ਕੁਛ, ਆ ਕੇ ਅਸੀਂ ਉੱਥੇ ਫੈਮਿਲੀ ਡਾਕਟਰ ਦੀ ਕਲੀਨਿਕ ਤੇ ਬੈਠ ਜਾਈਏ। ਸੋ ਉੱਥੇ ਇੰਨੀ ਭੀੜ ਲੱਗੀ ਹੁੰਦੀ ਹੈ, ਕਈ ਵਾਰੀ ਡਾਕਟਰ ਵੀ ਇਰੀਟੇਟ ਹੋਏ ਹੁੰਦੇ ਨੇ ਕਿ ਛੋਟੀ ਜਿਹੀ ਗੱਲ ਪਿੱਛੇ ਕਿਉਂ ਆਉਂਦੇ ਆ ਤੁਸੀਂ, ਕਿਉਂਕਿ ਇੱਥੇ ਮੈਡੀਕਲ ਇੰਸ਼ੋਰੈਂਸ ਫ੍ਰੀ ਮਿਲਦੀ ਹੈ ਸਾਰਿਆਂ ਨੂੰ। ਸੋ ਡਾਕਟਰ ਸਾਹਿਬ, ਉਹਦੇ ਕਰਕੇ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਇੱਥੇ ਆ ਰਹੀਆਂ ਨੇ, ਜਿਹਦੇ ਕਰਕੇ ਕੈਨੇਡੀਅਨ ਗਵਰਨਮੈਂਟ ਵੀ ਇੱਕ ਬ੍ਰਿਜ ਬਣਾਉਣਾ ਚਾਹ ਰਹੀ ਹੈ ਕਿ ਅਸੀਂ ਇਹਨਾਂ ਇਮੀਗ੍ਰੈਂਟਸ ਨੂੰ, ਸਟੂਡੈਂਟਸ ਨੂੰ, ਬਾਹਰਲੇ ਮੁਲਕਾਂ ਤੋਂ ਆਏ ਲੋਕਾਂ ਨੂੰ, ਉਹਨਾਂ ਦੇ ਕਲਚਰਲ ਡਿਫਰੈਂਸਿਸ ਕੈਨੇਡਾ ਦੇ ਨਾਲ ਨੇ, ਉਹ ਕਿੱਦਾਂ ਪੂਰੀਏ। ਦੇਖੋ ਕ੍ਰੈਸ਼ ਕੋਰਸਿਸ ਹੋਣੇ ਬਹੁਤ ਸਿੰਪਲ ਜੀ ਗੱਲ ਹੈ। ਦੇਖੋ ਜਿਵੇਂ ਅਸੀਂ ਕੰਪਲਸਰੀ ਕੀਤਾ ਹੈ ਕਿ ਆਈਲੈਟਸ ਨੇ ਕਰਕੇ ਆਣਾ ਤਾਂ ਹੀ ਤੁਸੀਂ ਆਣਾ, ਸਿਮਿਲਰਲੀ ਇੱਕ ਕ੍ਰੈਸ਼ ਕੋਰਸ ਹੋਣਾ ਕਿ ਇਸ ਮੁਲਕ ਦੇ ਇਹ ਕਾਨੂੰਨ ਨੇ, ਇਸ ਤਰੀਕੇ ਉਹਨਾਂ ਦੀ ਇੱਜ਼ਤ ਕਰਨ ਦੀ ਲੋੜ ਹੈ। ਮੈਂ ਤਾਂ ਚਾਹੁੰਦੀ ਹਾਂ ਕਿ ਦੁਨੀਆ ਦੇ ਹਰ ਸਕੂਲ ਵਿੱਚ ਤਹਿਜ਼ੀਬ ਸਿਖਾਉਣੀ ਚਾਹੀਦੀ ਹੈ ਜੋ ਸਾਡੇ ਸਕੂਲਾਂ 'ਚੋਂ ਮਨਫੀ ਹੋ ਗਈ। ਸਦਾਚਾਰਕ ਸਿੱਖਿਆ ਇੱਕ ਹਿੱਸਾ ਹੁੰਦੀ ਸੀ, ਜਿਵੇਂ ਆਪਣੇ ਵੀ ਪੁਰਾਣੇ ਸਮੇਂ 'ਚ ਦੇਖਾਂ ਸਕੂਲਾਂ ਵਿੱਚ ਤਾਂ ਕਿਵੇਂ ਸਵੇਰੇ ਉੱਠ ਕੇ ਤੁਸੀਂ ਸਤਿ ਸ਼੍ਰੀ ਅਕਾਲ ਬੁਲਾਉਣੀ, ਸਕੂਲ ਦੀ ਪ੍ਰੇਅਰ ਸਵੇਰ ਦੀ ਤੋਂ ਬਾਅਦ ਹੀ ਸਿਖਾਇਆ ਜਾਂਦਾ ਸੀ। ਇਸ ਤਰ੍ਹਾਂ ਇੱਜ਼ਤ ਦੇਣੀ ਹੈ, ਵੱਡਾ ਲੰਘ ਰਿਹਾ ਸੀ ਉਹਨੂੰ ਸੜਕ ਪਾਰ ਕਰਾਉਣੀ ਹੈ, ਜਾਂ ਇਹ ਕਰਨਾ ਚਾਹੀਦਾ, ਯਾਨੀ ਉਹ ਚੰਗੀ ਹੋਣਾ, ਬਿਲਕੁਲ ਮੋਰਲ ਐਜੂਕੇਸ਼ਨ ਸਾਨੂੰ ਦਿੱਤੀ ਜਾਂਦੀ ਸੀ। ਉਹ ਚੀਜ਼ਾਂ ਮਨਫੀ ਹੋਣ ਦੇ ਨਾਲ ਹੁਣ ਸਿਖਾਇਆ ਜਾਂਦਾ ਕਿਵੇਂ ਛੇਤੀ ਪੈਸੇ ਕਮਾਉਣੇ ਨੇ, ਕਿਵੇਂ ਦੂਜੇ ਨੂੰ ਨੱਪ ਕੇ ਦੱਬ ਕੇ ਫੇਕ ਕੇ ਅੱਗੇ ਲੰਘਣਾ। ਇਹ ਚੀਜ਼ਾਂ ਨੇ ਜਿਹੜੀਆਂ ਨੇ ਸਾਡੇ ਕਰੈਕਟਰਸ ਚੇਂਜ ਕਰ ਦਿੱਤੇ ਨੇ। ਸਾਡੀ ਯਾਨੀ ਜੋ ਚੀਜ਼ ਅਸੀਂ ਕਿਸ ਤਰ੍ਹਾਂ ਚਾਹੁੰਦੇ ਹਾਂ, ਕਿਵੇਂ ਚਾਹੁੰਦੇ ਹਾਂ, ਉਹਦੇ ਨਾਲ ਦੂਸਰੇ ਦੇ ਨਾਲ ਵੀ ਦੌੜ ਸਕਦੇ ਹਾਂ, ਨਾ ਕਿ ਦੂਸਰੇ ਨੂੰ ਫੇਕ ਕੇ।
ਹੁਣ ਦੇਖੋ ਜਿਹੜੀ ਉਬੰਤੂ ਇੱਕ ਅਫਰੀਕਨ ਸਟੋਰੀ ਜੇ ਕਿੰਨੀ ਮੈਂ ਕਹਿੰਦੀ ਉਹ ਕਦੋਂ ਦੀ ਵੀ ਬਣੀ ਹੋਈ, ਹਾਲਾਂਕਿ ਕਹਿੰਦੇ ਨੇ ਕਿ ਕਈ ਸਦੀਆਂ ਪੁਰਾਣੀ ਜੇ, ਪਰ ਉਹਨੂੰ ਅੱਜ ਵੀ ਜੇ ਲਾਓ ਤੇ ਸਾਬਤ ਬਿਲਕੁਲ ਉਸੇ ਤਰ੍ਹਾਂ ਹੁੰਦੀ ਜੇ ਕਿ ਇੱਕ ਦੌੜ ਵਿੱਚ ਬੱਚੇ ਦੌੜੇ ਜਿਹੜੇ ਸਾਰੇ ਹੀ ਮਾਨਸਿਕ ਪੱਖੋਂ ਨਾਰਮਲ ਨਹੀਂ ਸਨ ਜੀ। ਹੁਣ ਉਹਨਾਂ ਚੋਂ ਇੱਕ ਬੱਚਾ ਅੜ ਕੇ ਡਿੱਗ ਗਿਆ, ਦੌੜ ਲਵਾ ਰਹੇ ਸਨ, ਲੋਕ ਸਾਰੇ ਦੇਖ ਰਹੇ ਸਨ ਵੀ ਦੌੜ ਚ ਕੌਣ ਪਹਿਲੇ ਨੰਬਰ ਤੇ ਆਂਦਾ, ਤੇ ਉਸ ਦੌੜ ਦੇ ਵਿੱਚ ਇੱਕ ਬੱਚਾ ਡਿੱਗ ਗਿਆ। ਹੁਣ ਮਾਨਸਿਕ ਪੱਖੋਂ ਨਾਰਮਲ ਨਾ ਹੋਣ ਵਾਲੇ ਵੀ ਸਾਰਿਆਂ ਦੇ ਸਾਰਿਆਂ ਨੇ ਉਸ ਇੱਕ ਬੱਚੇ ਨੂੰ ਚੁੱਕਿਆ, ਉਹਦੇ ਸੱਟ ਲੱਗ ਗਈ ਸੀ, ਤੁਰ ਨਹੀਂ ਸੀ ਸਕਦਾ, ਤੇ ਮੋਢੇ ਦਾ ਸਹਾਰਾ ਦੇ ਕੇ ਉਹ ਸਾਰਿਆਂ ਨੇ ਇਕੱਠੇ ਇੱਕੋ ਲਾਈਨ 'ਚ ਦੌੜ ਕੇ ਸਾਰੇ ਦੇ ਸਾਰੇ ਫਸਟ ਤੇ ਆ ਗਏ। ਇਹ ਅਸਲ ਵਿੱਚ ਸਾਨੂੰ ਅੱਜ ਲੋੜ ਹੈ ਸਾਡੇ ਹਰ ਬੱਚੇ ਨੂੰ ਸਿਖਾਉਣ ਦੀ, ਹਰ ਜਵਾਨ ਨੂੰ ਸਿਖਾਉਣ ਦੀ ਕਿ ਅਗਾਂਹ ਜਾਣ ਦਾ ਰਸਤਾ ਇਹ ਨਹੀਂ ਹੈ ਕਿ ਦੂਜੇ ਨੂੰ ਫੇਕ ਕੇ ਲੱਗਣਾ, ਕਿਉਂਕਿ ਚੋਟੀ ਤੇ ਜੇ ਤੁਸੀਂ ਇਕੱਲੇ ਹੀ ਰਹਿ ਜਾਓਗੇ ਤਾਂ ਡਿਪਰੈਸ਼ਨ ਦੇ ਸ਼ਿਕਾਰ ਹੀ ਹੋਵੋਗੇ। ਜੇ ਸਾਥ ਨਾਲ ਲੈ ਕੇ ਤੁਰੋਗੇ ਤਾਂ ਵਾਕਈ ਉਹ ਖੂਬਸੂਰਤ ਲੱਗੇਗੀ ਥਾਂ। ਸੋ ਇਹੀ ਅਸੀਂ ਅਸਲ ਨੁਕਤਾ ਭੁੱਲ ਗਏ ਆ ਕਿ ਇਕੱਲੇ ਇਕੱਲੇ ਇਕੱਲੇ, ਬੱਚਾ ਵੀ ਇੱਕ ਹੀ ਕਰਨਾ ਹੈ, ਥਾਂ ਵੀ ਇਕੱਲੀ, ਸਾਨੂੰ ਅਲੱਗ ਕਮਰਾ ਚਾਹੀਦਾ ਤੇ ਫਿਰ ਉਹ ਇਕੱਲਾ ਆਪ ਹੀ ਮੰਗਿਆ ਤੇ ਇਕੱਲੇ ਹੋ ਜਾਣਾ। ਪਰ ਅਸੀਂ ਹੱਸਣਾ ਭੁੱਲ ਗਏ, ਖੁਸ਼ ਹੋਣਾ ਭੁੱਲ ਗਏ। ਉਹ ਇੱਕੋ ਹੀ ਚੀਜ਼ ਸਿਰਫ ਉਦਾਸੀ ਤੇ ਮੈਂ ਇਕੱਲਾ ਤੇ ਮੰਗੀ ਤਾਂ ਆਪ ਸੀ ਤੁਸੀਂ ਲੋਨਲੀਨੈਸ। ਪਰ ਉਹਦੇ ਨਾਲੋਂ ਨਾਲ ਇੱਕ ਅਹਿਮ ਨੁਕਤਾ ਜੋ ਪਹਿਲਾਂ ਹਮੇਸ਼ਾ ਬਾਹਰਲੇ ਮੁਲਕਾਂ 'ਚ ਸੀ, ਐਮਟੀ ਨੈਸਟ ਸਿੰਡਰੋਮ, ਉਹ ਜਿਸ ਤਰੀਕੇ ਹੁਣ ਸਾਰੀ ਦੁਨੀਆ ਦੇ ਵਿੱਚ ਦੇਖੋ, ਜੇ ਪੰਜਾਬ ਵਿੱਚ ਵੀ ਨੇ ਤਾਂ ਬੇਅੰਤ ਘਰ ਨੇ ਜਿੱਥੇ ਬੱਚੇ ਹੋਰਨਾਂ ਸੂਬਿਆਂ ਵਿੱਚ ਚਲੇ ਗਏ ਨੇ, ਕੋਈ ਗੁੜਗਾਉਂ ਹੈ, ਕੋਈ ਕਿਤੇ ਸਾਰੇ। ਤਾਂ ਉਹ ਕਾਰਨ ਵੀ ਜੇ ਜਿੱਥੇ ਅਸੀਂ ਬਾਕੀਆਂ 'ਚ ਸਾਂਝ ਰੱਖੀ ਨਹੀਂ। ਮਿਸਾਲ ਵਜੋਂ ਕਿ ਉਹ ਦਰਾਣੀ ਜਠਾਣੀ ਦੀ ਆਪਸੀ ਲੜਾਈ, ਉਹ ਆਪ ਇਕੱਠੇ ਨਹੀਂ ਹੁੰਦੇ, ਬੱਚੇ ਤੁਰ ਗਏ ਤੇ ਉਹ ਪਰ ਮਨ ਵਿੱਚ ਉਹੀ ਕੌੜੀ ਯਾਦ ਹੈ। ਇਸੇ ਤਰ੍ਹਾਂ ਆਂਡੀਆਂ ਗੁਆਂਢੀਆਂ ਨਾਲ ਨਹੀਂ ਬਣਾਈ ਕਿ ਉਹਦੀ ਕਾਰ ਵੱਡੀ ਉਹਦਾ ਘਰ ਵੱਡਾ, ਸੋ ਉਹ ਵੀ ਅਸੀਂ ਮਨ ਵਿੱਚ ਤਰੇੜ ਰੱਖ ਲਈ। ਨਤੀਜਾ ਜੇ ਕਿ ਅਸੀਂ ਕੱਟ ਆਫ ਹੋ ਰਹੇ ਹਾਂ। ਸੋ ਵਾਪਸ ਉਹੀ ਸਾਂਝ, ਉਹੀ ਸੱਥਾਂ ਉਹਨਾਂ ਦੀ ਲੋੜ ਹੈ ਜਿੱਥੇ ਤੁਸੀਂ ਆਪਣੇ ਦੁੱਖ ਸੁੱਖ ਸਾਂਝੇ ਕਰ ਸਕੋ, ਆਪਣੇ ਮਨ ਅੰਦਰਲਾ ਗੁਬਾਰ ਕੱਢ ਸਕੋ, ਜਿੱਥੇ ਦੋਸਤਾਂ ਨੂੰ ਜੱਫੀ ਪਾ ਸਕੋ, ਖਿੜਖਿੜਾ ਕੇ ਹੱਸ ਸਕੋ। ਇਹ ਚੀਜ਼ਾਂ ਨੇ ਜਿਹੜੀਆਂ ਅੱਜ ਦੀਆਂ ਲੋੜਾਂ ਨੇ। ਤੁਹਾਡੇ ਕੋਲ ਕਰੋੜਾਂ ਹੋਣਗੇ ਪਰ ਜੇ ਚਿਹਰੇ ਤੇ ਖੁਸ਼ੀ ਨਹੀਂ, ਉਹਨੂੰ ਕਰਨਾ ਕੀ ਹੈ? ਸੋ ਗੱਲ ਇਹ ਹੈ ਕਿ ਜੇ ਅਸੀਂ ਇੱਕ ਨਿੱਕੀ ਨਿੱਕੀ ਚੀਜ਼ ਤੋਂ ਨੁਕਤੇ ਕੱਢ ਕੇ ਕਿ ਅੱਜ ਮਿਸਾਲ ਹੀ ਦਿੰਨੀ ਆ ਕਿ ਅੱਜ ਅਸੀਂ ਆਪਾਂ ਮਿਲੇ, ਮੈਨੂੰ ਲੱਗਦਾ ਜ਼ਿੰਦਗੀ ਦੀ ਇੱਕ ਬਿਹਤਰੀਨ ਯਾਦ ਹੈ ਮੈਂ ਤੁਹਾਡੇ ਕੋਲ ਮਿਲਾਂ ਤੇ ਮੈਂ ਕਹਾਂ ਲਓ ਜੀ ਅੱਜ ਆਪਾਂ ਇਕੱਠੇ ਇੱਕ ਹਾਗਨ-ਦਾਸ ਦੀ ਆਈਸਕ੍ਰੀਮ ਖਾਣਾ, ਯਾਦਗਾਰ ਬਣ ਗਈ, ਕਿਆ ਖੁਸ਼ੀ ਕਮਾਲ ਹੋ ਗਈ। ਸੋ ਮੈਨੂੰ ਲੱਗਦਾ ਉਹ ਜ਼ਿੰਦਗੀ ਦਾ ਇੱਕ ਬੇਸ਼ਕੀਮਤੀ ਪਲ ਹੋ ਜਾਂਦਾ ਹੈ ਜੀ। ਡਾਕਟਰ ਸਾਹਿਬ ਇੰਜੋਏ ਕਰਨਾ ਸੀ, ਕੋਈ ਸ਼ੱਕ ਨਹੀਂ, ਘਟਾ ਦਿੱਤਾ ਆ। ਮੈਂ ਇੱਕ ਦਰਸ਼ਕਾਂ ਦਾ ਸਵਾਲ ਹੈ ਜੀ ਇਹ, ਕਿਉਂਕਿ ਲੋਨਲੀਨੈਸ ਕਰਕੇ ਡੈਮੈਂਸ਼ੀਆ ਦੀ ਪ੍ਰੋਬਲਮ ਬਹੁਤ ਹੋਣ ਲੱਗ ਜਾਂਦੀ ਹੈ, ਖਾਸ ਕਰ 60-70 ਸਾਲ ਤੋਂ ਜਦੋਂ ਉੱਤੇ ਚਲੀ ਜਾਂਦੀ ਹੈ ਤੇ ਉਹਦੇ ਕੀ ਕਾਰਨ ਨੇ ਜੀ, ਉਹਦੇ ਸੋਲੂਸ਼ਨਸ ਕੀ ਨੇ ਦੇਸੀ ਤਰੀਕੇ ਨਾਲ ਬਿਨਾਂ ਦਵਾਈਆਂ ਵਾਲੇ? ਹਾਂ ਬਿਲਕੁਲ, ਦੇਖੋ ਪ੍ਰੋਬਲਮ ਇਹ ਹੁੰਦੀ ਜੇ ਕਿ ਸਾਡੇ ਦਿਮਾਗ ਦੇ, ਮੈਂ ਥੋੜਾ ਜਿਹਾ ਸਲਾਈਡ ਜਿਹਾ ਦੱਸ ਦਿਆਂ ਕੀ ਹੁੰਦਾ ਕਿ ਕੁਝ ਐਕਟਿਵ ਨਿਊਰੋਨਸ ਹੁੰਦੇ ਨੇ, ਕੁਝ ਜਿਹੜੇ ਨਿਊਰੋਨਸ ਜਿਨ੍ਹਾਂ ਨੂੰ ਅਜੇ ਕੰਮ ਕਰ ਨਹੀਂ ਲੋੜ ਵੀ ਫਾਲਤੂ ਮੈਂ ਅਜੇ ਰੈਸਟ ਕਰ ਲਵਾਂ ਫਿਰ ਤੁਰਾਂਗਾ। ਇਸ ਤਰ੍ਹਾਂ ਹੀ ਕੁਝ ਐਕਟਿਵਲੀ ਡਿਵਾਈਡ ਹੋ ਰਹੇ ਨੇ, ਕੁਝ ਕਨੈਕਸ਼ਨਸ ਜੋੜ ਰਹੇ ਨੇ, ਕੁਝ ਇੱਕ ਸਲੀਪਰ ਸੈਲਸ ਪਏ ਹੁੰਦੇ ਨੇ ਜਦੋਂ ਖੁਰਾਕ ਦੀ ਲੋੜ ਪਈ ਮੈਂ ਹਿੱਲ ਜੂਗਾ ਤੇ ਆਉਂਗਾ। ਯਾਨੀ ਬੜੀ ਕਮਾਲ ਦਾ ਸਿਸਟਮ, ਜੇ ਅੰਦਰ ਵੜ ਕੇ ਦੇਖੋ ਨਾ, ਰੱਬ ਦੇ ਤਾਂ ਸਿਜਦਾ ਕਰਨ ਨੂੰ ਦਿਲ ਕਰਦਾ ਸਾਰਾ ਦਿਨ। ਸੋ ਉਹ ਸਿਸਟਮ ਕੀ ਹੁੰਦਾ ਜੇ ਕਿ ਜਿੰਨੀਆਂ ਅਸੀਂ ਚੀਜ਼ਾਂ ਵੇਖਦੇ ਹਾਂ, ਜਿੰਨੇ ਬੰਦਿਆਂ ਨੂੰ ਮਿਲਦੇ ਹਾਂ, ਕੋਈ ਗੱਲ ਸੁਣਦੇ ਹਾਂ, ਕੋਈ ਕਹਿੰਦੇ ਹਾਂ, ਉਹਦੇ ਨਾਲ ਸਾਡੇ ਉਹ ਸੈੱਲ ਰਵਾਂ ਰਹਿੰਦੇ ਨੇ। ਜਦੋਂ ਅਸੀਂ ਸਭ ਤੋਂ ਟੁੱਟਦੇ ਹਾਂ, ਨਵੀਂ ਚੀਜ਼ ਨਹੀਂ ਦੇਖ ਰਹੇ, ਕੁਛ ਨਵੀਂ ਸਿੱਖ ਨਹੀਂ ਰਹੇ, ਤਾਂ ਸਾਡੀ ਉਹ ਜਿਵੇਂ ਬੰਦ ਹੋ ਜਾਣਾ ਕਮਰਾ, ਉਸੇ ਤਰ੍ਹਾਂ ਦਿਮਾਗ ਦੇ ਸੈੱਲ ਆਪਣੇ ਆਪ ਨੂੰ ਆਕਾਰ ਘਟਾਉਂਦੇ ਨੇ। ਹੁਣ ਲੋੜ ਨਹੀਂ, ਇਹਦਾ ਕੰਮ ਸ਼ਟ ਡਾਊਨ, ਚੱਲ ਤੂੰ ਵੀ ਸਲੀਪਰ ਸੈੱਲ 'ਚ ਜਾ, ਪਰ ਅਗਲਾ ਚੱਲ ਤੂੰ ਵੀ ਜਾ। ਸੋ ਨਤੀਜਾ ਜੇ ਕਿ ਉਹਨੇ ਸਾਰੇ ਸੈੱਲ ਹੌਲੀ ਹੌਲੀ ਸੁੱਕ ਕੇ ਖਤਮ ਹੋ ਗਏ ਤੇ ਸਾਡੀ ਯਾਦ ਖਤਮ ਹੋਣੀ ਸ਼ੁਰੂ ਹੋ ਜਾਂਦੀ। ਇਹਨੂੰ ਐਕਟਿਵ ਰੱਖਣ ਲਈ ਬਗੈਰ ਦਵਾਈਆਂ ਦੇ ਅਹਿਮ ਚੀਜ਼ਾਂ ਨੇ ਕਿ ਅਸੀਂ ਕੁਝ ਨਾ ਕੁਝ ਦਿਮਾਗ ਦੇ ਵਿੱਚ ਚਲਾਉਂਦੇ ਰੱਖੀਏ। ਯਾਨੀ ਕੋਈ ਬੁਝਾਰਤਾਂ ਲੱਭ ਲਓ, ਸੁਡੋਕੋ ਖੇਡਣ ਲੱਗ ਜਾਓ। ਵੀਡੀਓ ਕਾਲਸ ਦੀ ਬਹੁਤ ਅਹਿਮੀਅਤ ਜੇ ਕਿ ਤੁਸੀਂ ਦੋਸਤ ਜੇ ਦੂਰ ਹੈ, ਨਹੀਂ ਜਾ ਸਕਦੇ, ਵੀਡੀਓ ਕਾਲਸ ਰਾਹੀਂ ਮੁਸਕਰਾ ਲਓ,
ਖਿੜਖਿੜਾ ਲਓ, ਹਾਸੇ ਦੇ ਪ੍ਰੋਗਰਾਮ ਦੇਖੋ, ਯਾਨੀ ਖੁਸ਼ ਹੋਣ ਨਾਲ ਤੁਹਾਡੇ ਅੰਦਰ ਬਹੁਤ ਪੋਜ਼ਿਟਿਵ એનર્ਜੀ ਹੁੰਦੀ ਜੇ। ਦਿਮਾਗ ਦੇ ਸੈੱਲ ਰਵਾਂ ਹੋ ਜਾਂਦੇ ਨੇ। ਇੱਕ ਜਿੱਥੇ ਪੋਜ਼ਿਟਿਵਿਟੀ ਹੁੰਦੀ ਹੈ ਤੁਹਾਡੇ ਚੰਗੇ ਹਾਰਮੋਨ ਦਿਮਾਗ ਚੋਂ ਨਿਕਲ ਪੈਂਦੇ ਨੇ, ਜਿਹੜੇ ਤੁਹਾਡਾ ਨਾ ਸਿਰਫ ਮਾਨਸਿਕ ਬਲਕਿ ਸਰੀਰਕ ਸਿਹਤ ਵੀ ਠੀਕ ਰੱਖਦੇ ਨੇ। ਸੋ ਉਹਦੇ ਨਾਲ ਜਿੱਥੇ ਇੰਨੀਆਂ ਤਬਦੀਲੀਆਂ ਹੁੰਦੀਆਂ ਨੇ, ਉਹਦੇ ਨਾਲ ਜ਼ਰੂਰੀ ਜੇ ਫਰੈਸ਼ ਏਅਰ, ਬਾਹਰ ਨਿਕਲਣਾ, ਕਸਰਤ। ਜਿੱਥੇ ਇੱਕ ਬੜੀ ਕਮਾਲ ਦੀ ਚੀਜ਼ ਜੋ ਦੇਖੋ ਕਿ ਮੈਂ ਇੱਕ ਫਿਰ ਨਿੱਕੀ ਜਿਹੀ, ਜੇ ਤੁਸੀਂ ਇਜਾਜ਼ਤ ਦਿਓ, 1 ਮਿੰਟ ਦੀ ਕਹਾਣੀ। ਜੀ ਡਾਕਟਰ ਜੀ। ਇੱਕ ਨੌਜਵਾਨ ਬੇਟੀ ਸੀ ਜਿਹਦੇ ਆ ਕੇ ਡਾਕਟਰ ਨੂੰ ਸ਼ਿਕਾਇਤ ਕੀਤੀ ਕਿ ਮੈਨੂੰ ਤਾਂ ਨਾ ਨਾਲ ਦੇ ਕਮਰੇ 'ਚ ਵੀ ਜਦੋਂ ਕੋਈ ਬੋਲਦਾ ਸਿਰ ਫਟਣ ਲੱਗ ਜਾਂਦਾ, ਮੈਂ ਨਹੀਂ ਬਰਦਾਸ਼ਤ ਨਹੀਂ ਕਰ ਸਕਦੀ, ਆਵਾਜ਼ਾਂ ਆਉਂਦੀਆਂ। ਹੁਣ ਉਹਨੂੰ ਇੱਕ ਕੰਮ ਦਿੱਤਾ ਗਿਆ ਡਾਕਟਰ ਵੱਲੋਂ ਵੀ ਆਹ ਗਿਲਾਸ ਪਲੇਟ ਫੜ, ਗਿਲਾਸ ਸਿਰੇ ਤੱਕ ਭਰ ਲੈ, ਤੇ ਹੁਣ ਇਹਨੂੰ ਨਾ 4 ਚੱਕਰ ਲਾਣੇ ਜਿਸ 'ਚ ਪਾਣੀ ਛਲਕਣਾ ਨਹੀਂ ਚਾਹੀਦਾ, ਸਿਰੇ ਤੱਕ ਭਰਿਆ। ਦੋਨੋਂ ਪਾਸੇ ਲਾਊਡ ਮਿਊਜ਼ਿਕ ਪੂਰਾ ਲਗਾ ਦਿੱਤਾ ਗਿਆ। ਹੁਣ ਉਹ ਇਸੇ ਤਰ੍ਹਾਂ ਤੁਰਦੀ, ਪੂਰੀ ਕੰਸੈਂਟਰੇਸ਼ਨ ਵੀ ਕਿਤੇ ਡਿੱਗ ਨਾ ਜਾਏ। 4 ਚੌਥੇ ਚੱਕਰ ਤੋਂ ਬਾਅਦ ਉਹਨੇ ਕਿਹਾ, ਹਾਂਜੀ ਇੱਧਰ ਕਿਹੜੇ ਕਿਹੜੇ ਗਾਣੇ ਚੱਲ ਰਹੇ ਸੀ? ਕਹਿੰਦੀ ਕਿੱਥੇ ਚੱਲ ਰਹੇ ਸੀ? ਉਹ ਕਹਿੰਦਾ ਹੱਦ ਹੋ ਗਈ, ਦੋਨੋਂ ਪਾਸੇ ਐਡਾ ਲਾਊਡ ਸੀ। ਕਹਿੰਦੀ ਕਿਹੜਾ, ਕੋਈ ਮਿਊਜ਼ਿਕ ਤਾਂ ਹੈ ਹੀ ਨਹੀਂ ਸੀ। ਕਹਿੰਦੀ ਉਹ ਇੰਨਾ ਕੰਸੈਂਟਰੇਟਡ ਦਿਮਾਗ ਸੀ ਕਿ ਉਹ ਬੇਟੀ ਜਿਹੜੀ ਨਾਲ ਦੇ ਕਮਰੇ ਛਲਕੀ ਆਵਾਜ਼ ਤੇ ਵੀ ਸਿਰ ਫਟਦਾ ਕਹਿ ਰਹੀ ਸੀ, ਫੁੱਲ ਲਾਊਡ ਮਿਊਜ਼ਿਕ ਤੇ ਉਹਨੂੰ ਨਹੀਂ ਸੁਣਿਆ ਵੀ ਉੱਥੇ ਧਿਆਨ ਕੇਂਦਰਿਤ ਸੀ। ਯਾਨੀ ਇਹ ਚੀਜ਼ਾਂ ਨੇ ਜਿਹੜੀਆਂ ਤੁਸੀਂ ਕਹੋ ਕਿ ਕੁਦਰਤ ਵਿੱਚ ਬਾਹਰ ਨਿਕਲੋ ਤੇ ਭਾਈ ਅੱਜ ਮੋਬਾਈਲ ਘਰ ਛੱਡਿਓ ਤੇ ਤੁਸੀਂ ਦੇਖਿਓ ਕਿੰਨੀਆਂ ਤਿਤਲੀਆਂ ਦਿਖੀਆਂ, ਕਿੰਨੇ ਕੁ ਤਰ੍ਹਾਂ ਦੇ ਬੂਟੇ ਸੀ ਬਾਹਰ, ਕਿਹੜੇ ਕਿਹੜੇ ਪੱਤੇ ਸੀ, ਕਿਹੜੇ ਕਿਹੜੇ ਪੰਛੀ ਦਿਖੇ, ਕਿਹੜੀਆਂ ਕਿਹੜੀਆਂ ਆਵਾਜ਼ਾਂ ਦਿਖੀਆਂ ਤੁਹਾਨੂੰ, ਜਿਹੜੇ ਨਿੱਕੇ ਨਿੱਕੇ ਬੀਂਡਿਆਂ ਦੀਆਂ। ਸੋ ਜਦੋਂ ਤੁਸੀਂ ਇਸ ਤਰ੍ਹਾਂ ਦਾ ਕੀੜਾ ਕੱਢ ਕੇ ਆਉਂਦੇ ਹੋ, ਤੁਹਾਡੇ ਦਿਮਾਗ ਦਾ ਹਰ ਹਿੱਸਾ ਹਿੱਲਦਾ, ਕਿਉਂਕਿ ਉਹਨਾਂ ਨੇ ਆਵਾਜ਼ ਸੁਣੀ, ਉਹਨਾਂ ਨੇ ਰੰਗ ਵੇਖਿਆ, ਨਵੇਂ ਫੁੱਲ ਦੇਖੇ। ਸੋ ਉਹ ਜਿਸ ਤਰੀਕੇ ਦੀ ਖੁਸ਼ੀ ਤੇ ਤੁਹਾਡੇ ਸਫੂਰਤੀ ਭਰ ਦਿੰਦੇ ਨੇ, ਇਹ ਬਹੁਤ ਅਹਿਮ ਹੈ। ਫਿਰ ਇਸ ਤੋਂ ਬਾਅਦ ਖੁਰਾਕ ਦਾ ਅਹਿਮ ਰੋਲ, ਜਿੱਥੇ ਅਸੀਂ ਇਹੋ ਜਿਹੇ ਮੌਕੇ ਤੇ ਕਹਿੰਦੇ ਆ ਕਿ ਤਲੀਆਂ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਜ਼ਿਆਦਾ, ਨਾ ਜ਼ਿਆਦਾ ਸ਼ੂਗਰ, ਨਾ ਜ਼ਿਆਦਾ ਸਾਲਟ, ਇਹਨਾਂ ਨੂੰ ਘਟਾਓ। ਤੇ ਇਸ ਏਜ ਵਿੱਚ ਜਿਹੜੀ ਚੀਜ਼ ਚਾਹੀਦੀ ਹੁੰਦੀ ਹੈ ਤੁਹਾਨੂੰ, ਫਾਈਬਰ ਬਹੁਤਾ ਵੱਧ ਨਹੀਂ, ਕਿਉਂਕਿ ਤੁਹਾਡੀ ਮੂਵਮੈਂਟ ਘੱਟ ਹੋਈ ਹੁੰਦੀ ਹੈ ਇਹ ਓਲਡ ਏਜ ਦੇ ਨਾਲ। ਕਈ ਵਾਰ ਕਨਸਟੀਪੇਸ਼ਨ ਹੋਣ ਲੱਗ ਜਾਂਦੀ ਜੇ ਵਾਧੂ ਫਾਈਬਰ, ਯਾਨੀ ਨਿਰਾ ਹੀ ਜਿਵੇਂ ਕਹਿੰਦੇ ਕਿ ਚਲੀ ਜੋ ਵੀ ਨਹੀਂ। ਸੋ ਤੁਸੀਂ ਬੈਲੈਂਸਡ ਡਾਈਟ ਲੈਣੀ ਹੈ ਕਿ ਇਕੱਲੇ ਪੱਤੇ ਨਹੀਂ ਖਾਏ ਜਾਣੇ। ਤੁਸੀਂ ਪ੍ਰੋਟੀਨ ਬਹੁਤ ਅਹਿਮ ਹੈ, ਪਰ ਇਸ ਐਕਸਰਸਾਈਜ਼ ਵਿੱਚ ਮਸਲ ਬਿਲਡਿੰਗ ਅਸੀਂ ਭੁੱਲ ਜਾਂਦੇ ਹਾਂ। ਅਸੀਂ ਉਸ ਉਮਰ ਸੋਚਦੇ ਹਾਂ ਬਹਿਣਾ ਹੀ ਹੈ, ਉਹ ਉਮਰ ਜੇ ਸਗੋਂ ਮੈਕਸਿਮਮ ਜਦੋਂ ਤੁਸੀਂ ਜਿੰਨਾ ਤੁਰੋਗੇ ਬੋਨ ਸਟਰੋਂਗ ਹੋਣਗੀਆਂ, ਤੁਹਾਡੇ ਧੁੱਪ ਲੱਗੇਗੀ, ਨੈਚੁਰਲ ਵਿਟਾਮਿਨ ਡੀ ਆਏਗੀ। ਮਸਲ ਦੀਆਂ ਐਕਸਰਸਾਈਜ਼ਸ ਮੀਨਸ ਨਹੀਂ ਕਿ ਤੁਸੀਂ ਡੰਬਲ ਹੀ ਜ਼ਰੂਰ ਚੱਕਣੇ ਆ, 2 ਕਿਤਾਬਾਂ ਚੁੱਕ ਕੇ ਦੋਨੋਂ ਪਾਸੇ ਇਸ ਤਰ੍ਹਾਂ ਜਿਵੇਂ ਤੁਰ ਸਕਦੇ ਹੋ, ਜਾਂ ਤੁਸੀਂ ਇੰਜ ਚੱਕ ਕੇ, ਜਾਂ ਤੁਸੀਂ ਸ਼ੋਲਡਰਸ ਨੂੰ ਅੱਗੇ ਵੀ ਪਿੱਛੇ ਵੀ, ਤੇ ਉਹ ਮਾੜਾ ਮੋਟਾ weight ਜਿਹੜਾ ਕਿ ਤੁਸੀਂ ਸਿੰਪਲ ਇੱਕ ਕਿਤਾਬ ਚੁੱਕ ਕੇ ਵੀ ਜਿੰਨਾ ਲਓ, ਜਾਂ ਤੁਸੀਂ ਮਾਰਕੀਟ ਤੱਕ ਚੱਲੇ ਹੋ ਤਾਂ ਉੱਥੋਂ ਲਿਫਾਫੇ ਨਾਲ ਹੱਥ 'ਚ ਭਰ ਕੇ ਚੁੱਕ ਲਿਆਓ, ਯਾਨੀ ਉਹ weight ਜ਼ਰੂਰੀ ਜੇ। ਡਾਈਟ ਦੇ ਵਿੱਚ ਰਾਗੀ ਦਾ ਆਟਾ ਬਹੁਤ ਵਧੀਆ ਜੇ, ਆਪਾਂ ਅੱਗੇ ਵੀ ਪ੍ਰੋਗਰਾਮ ਕੀਤਾ ਸੀ, ਪਰ ਰਾਗੀ ਇਹ ਸ਼ੂਗਰ ਵਾਲੇ ਮਰੀਜ਼ਾਂ ਲਈ ਵੀ ਠੀਕ ਹੈ। ਬਿਲਕੁਲ, ਇਹ ਜਿਹੜੇ ਭਾਵੇਂ ਸ਼ੂਗਰ ਦੇ ਨੇ, ਭਾਵੇਂ ਤੁਸੀਂ ਬਲੱਡ ਪ੍ਰੈਸ਼ਰ ਦੇ ਨੇ, ਭਾਵੇਂ ਈਵਨ ਕੈਂਸਰ ਦੇ ਵੀ ਜਿਹੜੇ ਨੇ, ਫਾਈਬਰੋਮਾਇਲਜੀਆ ਵਾਲੇ ਨੇ ਜਿਹੜੇ ਪੇਸ਼ੈਂਟ, ਮਲਟੀਪਲ ਸਕਲਰੋਸਿਸ ਵਾਲੇ ਨੇ, ਯਾਨੀ ਇਹ ਕੈਂਸਰ ਤੋਂ ਲੈ ਕੇ ਹਰ ਰੋਗ ਵਾਸਤੇ ਇਹ ਬਹੁਤ ਕਮਾਲ ਦਾ ਜੇ। ਤੇ ਖਾਸ ਕਰ ਓਲਡ ਏਜ ਲਈ, ਜਿਹਦੀ ਖਾਸੀਅਤ ਸਿਰਫ ਇਹ ਹੈ ਕਿ ਤੁਸੀਂ ਈਵਨ ਜੇ ਗਲਟਨ ਤੁਹਾਨੂੰ ਹੈਗੀ ਹੈ ਸੈਂਸਿਟੀਵਿਟੀ, ਤਾਂ ਉਹਦਾ ਵਾਸਤੇ ਵੀ ਇਹ ਬਹੁਤ ਵਧੀਆ। ਪਰ ਇਹਦੀ ਇੱਕੋ ਇੱਕ ਚੀਜ਼ ਜੇ ਜਿਸ ਕਾਰਨ ਇਹ ਇਸ਼ੂ ਆਉਂਦਾ ਕਿ ਇਹਨੂੰ ਮੁੱਕੀ ਦੇ ਕੇ ਗੁੰਨ ਕੇ 20 ਮਿੰਟ ਰੱਖਣਾ ਪੈਂਦਾ ਹੈ ਰਾਗੀ। ਬਿਲਕੁਲ, ਉਹਨੂੰ ਸਿੱਧਾ ਕਦੇ ਵੀ ਨਹੀਂ ਬਣਾਉਣਾ। ਤੇ ਦੂਸਰੀ ਜ਼ਰੂਰੀ ਚੀਜ਼ ਕਿ ਉਹਨੂੰ ਫਰੈਸ਼ ਹੀ ਵਰਤਣਾ, ਫ੍ਰਿਜ ਵਿੱਚ ਨਹੀਂ ਰੱਖ ਸਕਦੇ। ਸੋ ਤੁਸੀਂ ਓਨਾ ਕੀ ਕਰੋ ਜਿੰਨਾ ਉਸ ਵੇਲੇ ਲੈਣਾ। ਸੋ ਮੁਫਤ ਨੁਕਤਾ ਦੱਸ ਰਹੀ ਹਾਂ, ਇਸ ਸ਼ਰਤ ਵਿੱਚ ਵੀ ਬਾਅਦ ਚ ਆਪਾਂ ਨੂੰ ਨਿੰਬੂ ਪਾਣੀ ਪੀਣਾ ਪੈਣਾ। ਜੀ ਡਾਕਟਰ ਸਾਹਿਬ, ਮੈਂ ਪਹਿਲਾਂ ਹੀ ਦੱਸਿਆ ਕਿ ਕੌੜੀਆਂ ਗੱਲਾਂ, ਸੱਚੀਆਂ ਗੱਲਾਂ ਜ਼ਰੂਰ ਦਰਸ਼ਕੋ ਕਰਨੀਆਂ ਸ਼ੁਰੂ ਕਰ ਦਿਓ। ਔਖੀਆਂ ਹੋਣਗੀਆਂ ਪਰ ਤੁਹਾਡੀ ਜ਼ਿੰਦਗੀ ਨੂੰ ਬਹੁਤ ਸੁਖਾਲੇ ਕਰ ਦੇਣਗੇ ਡਾਕਟਰ ਸਾਹਿਬ ਦੇ ਜੋ ਸ਼ਬਦ ਨੇ। ਜੀ ਤੁਸੀਂ ਉਹਨੂੰ ਮੁੱਕੀ ਦੇ ਕੇ 20 ਮਿੰਟ ਲਈ ਰੱਖ ਦਿਓ। ਉਸ ਤੋਂ ਬਾਅਦ ਜਦੋਂ 20 ਮਿੰਟ ਬਾਅਦ ਗੁੰਨਣਾ, ਉਸ 'ਚ ਬਹੁਤ ਬਰੀਕ ਪਾਲਕ ਤੇ ਪਿਆਜ਼ ਕੱਟ ਕੇ ਵਿੱਚ ਪਾ ਲਓ
बाकी जवैन ते तुसी नमक मिर्च जो भी अपने हिसाब दा पाना है ते गुन के ਉਹ ਨਾਲ ਦੀ ਨਾਲ ਤੁਹਾਨੂੰ ਉਸ ਵੇਲੇ ਉਹਨੂੰ ਖਾਣਾ ਨਾਲ ਦੀ ਨਾਲ ਅਦਰਵਾਈਜ਼ ਉਹ ਸੁੱਕ ਕੇ ਤੁਹਾਡੇ ਤੋਂ ਅੰਦਰ ਨਹੀਂ ਲੰਘਣਾ ਪਰ ਗੁੰਨਣ ਲੱਗਿਆ ਦੇਸੀ ਘਿਓ ਜ਼ਰੂਰ ਪਾ ਲਿਓ ਛੱਡ ਦਿਓ ਵਹਿਮ ਇਹੀ ਇੱਕ ਜਿਹੜਾ ਦਿਮਾਗ ਵੀ ਚੁਸਤ ਦਰੁਸਤ ਰੱਖਦਾ ਜੇ ਤੇ ਤੁਹਾਡੇ ਦਿਲ ਨੂੰ ਵੀ ਸਿਹਤਮੰਦ ਰੱਖਦਾ ਜੇ ਥੋੜਾ ਜਿਹਾ ਦੇਸੀ ਘਿਓ ਪਾ ਕੇ ਉਹ ਨਰਮ ਵੀ ਹੋ ਜਾਏਗਾ ਤੇ ਜਦੋਂ ਵੀ ਉਹ ਬਣਾ ਕੇ ਖਾਣਾ ਉਹ ਆਟੇ ਨੂੰ ਖਤਮ ਕਰਨ ਦੀ ਲੋੜ ਹੈ ਇਸ ਕਰਕੇ ਮੈਂ ਬਹੁਤ ਅਹਿਮ ਨੁਕਤਾ ਦੱਸ ਰਹੀ ਹਾਂ ਕਿ ਜੇ ਰਵਿੰਦਰ ਜੀ ਤੇ ਮੈਨੂੰ ਨਾਲ ਨਹੀਂ ਸੱਦਿਆ ਆਟਾ ਰਹਿ ਗਿਆ ਸੁੱਟਣਾ ਪੈਣਾ ਜੇ ਵੇਸਟ ਨਾ ਕਰਿਓ ਸੋ ਅਸੀਂ ਜ਼ਰੂਰ ਹਾਜ਼ਰ ਹੋਵਾਂਗੇ ਇਹ ਤਾਜ਼ਾ ਖਾਓ 3 ਮਹੀਨੇ ਰੈਗੂਲਰ ਖਾ ਲਓ ਫਿਰ ਵੇਖਿਓ ਚਿਹਰੇ ਦੀਆਂ ਚੁਰੜੀਆਂ ਤੁਹਾਡੇ ਵਾਲ ਤੁਹਾਡੇ ਜੋੜਾਂ ਦੀਆਂ ਸਾਰੀਆਂ ਚੀਜ਼ਾਂ ਗਈਆਂ ਕਿੱਥੇ ਤੁਸੀਂ ਕਹੋਗੇ ਕਮਾਲ ਹੋ ਗਈ ਸੋ ਇਹ ਜ਼ਰੂਰ ਲਿਆ ਕਰੋ ਬ੍ਰੇਕਫਾਸਟ ਦੇ ਵਿੱਚ ਤਾਂ ਇਹਨੂੰ ਇੱਕ ਲਾਜ਼ਮੀ ਹਿੱਸਾ ਬਣਾ ਲਓ ਜਿਸ ਨੂੰ ਜਿਵੇਂ ਮੈਨੂੰ ਹੁਣੇ 2-3 ਦਿਨਾਂ 'ਚ ਇਹ ਸਾਰਿਆਂ ਨੇ ਕਿਹਾ ਜੀ ਸਾਨੂੰ ਉਹਦਾ ਸਵਾਦ ਨਹੀਂ ਲੱਗ ਰਿਹਾ ਤਾਂ ਸ਼ੁਰੂਆਤੀ ਦੌਰ 'ਚ ਤੁਸੀਂ ਜਿਵੇਂ ਅੱਧਾ ਕਣਕ ਦਾ ਬੇਸਣ ਤੇ ਅੱਧਾ ਇਹ ਪਾ ਕੇ ਸਟਾਰਟ ਕਰ ਲਓ ਹੌਲੀ ਹੌਲੀ ਫਿਰ ਤੁਸੀਂ ਇਹਨੂੰ ਕਰ ਲੈ ਨੂੰ ਦਿਨ 'ਚ ਇੱਕ ਵੇਲੇ ਜ਼ਰੂਰ ਤੇ ਜਿਹੜੇ ਬਜ਼ੁਰਗ ਨੇ ਖਾਸ ਤੌਰ ਤੇ ਮੈਨੂੰ ਸੁਨੇਹਾ ਮਿਲਿਆ ਸੀ ਉਹਨਾਂ ਨੂੰ ਵੀ ਦੱਸ ਦਿਆਂ ਕਿ ਕਈ ਵਾਰ ਦੰਦਾਂ ਦੀ ਕੋਈ ਇਸ਼ੂ ਹੋਵੇ ਤਾਂ ਰੋਟੀ ਦੀ ਥਾਂ ਤੇ ਤੁਸੀਂ ਇਹਦਾ ਦਲੀਆ ਬਣਾ ਕੇ ਉਸੇ ਤਰ੍ਹਾਂ ਆਟੇ ਨੂੰ ਦੇਸੀ ਘਿਓ 'ਚ ਭੁੰਨ ਕੇ ਉਸ 'ਚ ਹਲਕਾ ਜਿਹਾ ਤੁਸੀਂ ਦੁੱਧ ਪਾ ਕੇ ਫਿਰ ਥੋੜਾ ਜਿਹਾ ਸ਼ਹਿਦ ਪਾ ਕੇ ਜੇ ਨਮਕੀਨ ਪਸੰਦ ਕਰਦੇ ਹੋ ਤਾਂ ਛੋਲਿਆਂ ਦੀ ਤਰੀ ਦੇ ਨਾਲ ਵਿੱਚ ਹੀ ਚਨਿਆਂ ਨੂੰ ਮਿਕਸੀ 'ਚ ਕਰਕੇ ਉਹ ਤੁਸੀਂ ਇਸ ਤਰ੍ਹਾਂ ਦੀ ਵੀ ਖਾ ਸਕਦੇ ਹੋ ਸੋ ਉਹ ਵੀ ਉਨਾ ਹੀ ਨਿਊਟ੍ਰੀਸ਼ੀਅਸ ਹੋਏਗਾ ਜੀ ਡਾਕਟਰ ਸਾਹਿਬ ਡਿਪਰੈਸ਼ਨ ਔਰ ਫੋਬੀਆ ਦੋਨਾਂ ਦੇ ਵਿੱਚ ਬਹੁਤ ਅੰਤਰ ਹੈ ਉਹ ਵੀ ਜ਼ਰੂਰ ਦਰਸ਼ਕਾਂ ਨੂੰ ਦੱਸੋ ਕਿਉਂਕਿ ਡਿਪਰੈਸ਼ਨ ਤੋਂ ਬਾਤੇ ਲੋਕ ਡਰਨ ਵੀ ਲੱਗ ਜਾਂਦੇ ਨੇ ਜੀ ਹਰੇਕ ਚੀਜ਼ ਤੋਂ ਸਭ ਤੋਂ ਵੱਧ ਤੇ ਸਭ ਤੋਂ ਡਰਾਵਨਾ ਸਾਨੂੰ ਜਿਹੜਾ ਲੱਗਦੀ ਜੇ ਚੀਜ਼ ਉਹ ਹੈ ਮੌਤ ਆਮ ਹੀ ਸਿਰਫ ਇਸੇ ਚੀਜ਼ ਤੋਂ ਡਰ ਲੱਗਦੀ ਹੈ ਕਿ ਸਾਡਾ ਬੱਚਾ ਗਿਆ ਸੜਕ ਤੇ ਕਿਤੇ ਉਹ ਨਾ ਹੋ ਜਾਏ ਬਿਲਕੁਲ ਇੰਝ ਹੀ ਅਸੀਂ ਜਾਣਾ ਕਿਤੇ ਇੱਥੇ ਡਿੱਗ ਕੇ ਮਰ ਨਾ ਜਾਈਏ ਸੋ ਭੈ ਜਿਹੜਾ ਜੇ ਸਾਨੂੰ ਪੈਨਿਕ ਅਟੈਕਸ ਵੀ ਦਿੰਦਾ ਜੇ ਸਾਨੂੰ ਘਬਰਾਹਟ ਦੇ ਯਾਨੀ ਅਟੈਕਸ ਹੋ ਜਾਣੇ ਤੇ ਉਹ ਡਰ ਤੇ ਭੈ ਚਿੰਤਾ ਨੂੰ ਜਨਮ ਦਿੰਦਾ ਜਿੱਥੇ ਸਾਡੀਆਂ ਨੀਂਦਰਾਂ ਉੱਡ ਜਾਂਦੀਆਂ ਨੇ ਤੇ ਹਰ ਵੇਲੇ ਦਾ ਇੱਕ ਖੌਫ ਜਾਣ ਦਾ ਕਿ ਹੁਣ ਆ ਨਾ ਵਾਪਰ ਜਾਏ ਹੁਣ ਕੋਈ ਹੱਲਾ ਨਾ ਬੋਲਦੇ ਫਲਾਣਾ ਲੜ ਨਾ ਪਵੇ ਮੇਰੇ ਚੋਰੀ ਨਾ ਹੋ ਜੇ ਛੱਤ ਨਾ ਡਿੱਗ ਜੇ ਯਾਨੀ ਕੋਈ ਅੰਤ ਹੀ ਨਹੀਂ ਸੋ ਉਹ ਫੋਬੀਆਜ਼ ਬਹੁਤ ਚੀਜ਼ਾਂ ਤੋਂ ਹੁੰਦੇ ਜੇ ਬੇਅੰਤ ਚੀਜ਼ਾਂ ਤੋਂ ਪਰ ਸਿਰਫ ਆਪਣੇ ਜੇ ਤੁਸੀਂ ਇੱਕ ਪੋਜ਼ਿਟਿਵ ਸੋਚ ਨਾਲ ਮਨ ਨੂੰ ਇਹ ਸਮਝਾ ਲਓ ਕਿ ਜੋ ਹੋਣਾ ਚਿੰਤਾ ਤਾਂ ਕੀ ਕੀਜੀਏ ਜੋ ਅਨਹੋਣੀ ਹੋਏ ਉਹ ਤਾਂ ਹੋਣਾ ਹੀ ਹੈ ਮੇਰੀ ਚਿੰਤਾ ਕਰਨ ਨਾਲ ਛੱਤ ਡਿੱਗਣੋਂ ਹਟਣੀ ਨਹੀਂ ਤੇ ਫਿਰ ਇੱਕ ਹੋਰ ਕਮਾਲ ਦੀ ਚੀਜ਼ ਇਹ ਦੇਖੋ ਅਸੀਂ ਇਹ ਦੇਖਿਆ ਕਿ ਜਦੋਂ ਇਹੋ ਜੀ ਸੋਚ ਆ ਜਾਏ ਨਾ ਮਨ 'ਚ ਕਿ ਮੈਂ ਪੌੜੀ ਉਤਰਨ ਲੱਗਾ ਦੇਖਾਂ ਮੈਂ ਫਿਸਲ ਨਾ ਜਾਵਾਂ ਤੁਸੀਂ ਕਮਾਲ ਦੇਖੋ ਕਿ ਬ੍ਰੇਨ ਉਸ ਤਰੀਕੇ ਹੀ ਚੱਲਦਾ ਕਿ ਮੈਸੇਜ ਮਿਲਿਆ ਫਿਸਲਣਾ ਹੀ ਹੈ ਤੇ ਤੁਸੀਂ ਜ਼ਰੂਰ ਫਿਸਲਣ ਦਾ ਤੁਹਾਨੂੰ ਲੱਗੇਗਾ ਗ੍ਰਾਮ ਫੜੋਗੇ ਦੇਖਿਆ ਮੈਂ ਕਿਹਾ ਸੀ ਫਿਸਲ ਜਾਣਾ ਸੋ ਇਸੇ ਤਰ੍ਹਾਂ ਜੇ ਤੁਸੀਂ ਕਹਿ ਕੇ ਤੁਰੋਗੇ ਮੈਨੂੰ ਹੋਇਆ ਹੀ ਕੁਝ ਨਹੀਂ ਮੈਂ ਠੀਕ ਆ ਤੰਦਰੁਸਤ ਆ ਤੇ ਫਿਰ ਦੇਖੋ ਆਰਾਮ ਨਾਲ ਔਖੇ ਸਮੇਂ ਨੂੰ ਲੱਗ ਜਾਈਦਾ ਸੋ ਇਹ ਜਿਹੜਾ ਫੋਬੀਆ ਅਲਟੀਮੇਟ ਹੈ ਭਾਈ ਉਹ ਤਾਂ ਅਲਟੀਮੇਟ ਐਂਡ ਹੈ ਉਸ ਤੋਂ ਡਰ ਕੇ ਅੱਜ ਦੀ ਖੁਸ਼ੀ ਬਰਬਾਦ ਨਾ ਕਰੀਏ ਕਿ ਅੱਜ ਤਾਂ ਅਸੀਂ ਜੀਣਾ ਹੈ ਨਾ ਅੱਜ ਦਾ ਦਿਨ ਤਾਂ ਜੀ ਲਈਏ ਸੋ ਦੋਸਤੋ ਮਰਨਾ ਹਰੇਕ ਨੇ ਹੈ ਮੇਰੇ ਸਾਹਮਣੇ ਆ ਬਾਬਾ ਬੁੱਲੇ ਸ਼ਾਹ ਦੀ ਖੋਰ ਚੀਜ਼ ਸਾਹਮਣੇ ਹੈ ਕਹਿੰਦਾ ਬੁੱਲੇ ਸ਼ਾਹ ਇੱਥੇ ਸਭ ਮੁਸਾਫਿਰ ਕਿਸੇ ਨਾ ਇੱਥੇ ਰਹਿਣਾ ਆਪੋ ਆਪਣੀ ਬਾਟ ਮੁਕਾ ਕੇ ਸਭ ਨੂੰ ਮੁੜਨਾ ਪੈਣਾ ਸੋ ਇਹ ਸਾਡੇ ਬਜ਼ੁਰਗ ਬਾਬੇ ਬਾਬਾ ਨਾਨਕ ਉਹ ਤੋਂ ਪਹਿਲਾਂ ਵੀ ਜਿੰਨੇ ਗ੍ਰੰਥ ਨੇ ਜੀ ਉਹ ਸਾਰੇ ਲਿਖ ਕੇ ਗਏ ਨੇ ਜਾਣਾ ਤਾਂ ਹੈ ਹੀ ਹੈ ਸੋ ਇਹਦੇ ਤੋਂ ਡਰਨ ਦੀ ਲੋੜ ਨਹੀਂ ਹੈ ਪਰ ਦੂਜਾ ਫੋਬੀਆ ਸਾਨੂੰ ਇਹ ਹੁੰਦਾ ਮੇਰਾ ਬਿਜ਼ਨਸ ਡਾਊਨ ਨਾ ਹੋ ਜੇ ਮੇਰੇ ਬੱਚੇ ਬਿਮਾਰ ਨਾ ਹੋ ਜਾਣ ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ ਸੋ ਇਹ ਚੀਜ਼ਾਂ ਜੀ ਅਸੀਂ ਇੱਕ ਡਾਕਟਰ ਸਾਹਿਬ ਬੜੀ ਬੁੱਕ ਫੇਮਸ ਹੋਈ ਸੀ ਉਹਦਾ ਨਾਂ ਰੋਨੇ ਬ੍ਰਾਇਨ ਉਹਦਾ ਰਾਈਟਰ ਸੀਗਾ ਪੋਜ਼ਿਟਿਵਨੈਸ ਤੇ ਸੀਗੀ ਉਹ ਬੁੱਕ ਸੋ ਮੈਨੂੰ ਨਾਮ ਨਹੀਂ ਉਹਦਾ ਯਾਦ ਆਣਾ ਦ ਸੀਕ੍ਰੇਟਸ ਬਹੁਤ ਫੇਮਸ ਬੁੱਕ ਹੋਈ ਸੀ ਜੀ ਉਹਨੇ ਇੱਕੋ ਚੀਜ਼ ਸਾਰੀ ਕਿਤਾਬ 'ਚ ਕਮਾਈ ਸੀ ਕਿ ਆਲੇ ਦੁਆਲੇ ਆਪਣੇ ਪੋਜ਼ਿਟਿਵਿਟੀ ਰੱਖੋ ਮੈਂ ਉਹ ਵੀ ਇੱਕ ਤੁਹਾਨੂੰ ਫਿਰ ਮਜ਼ੇਦਾਰ ਇੱਕ ਕਿੱਸਾ ਸੁਣਾ ਦਿੰਦੀ ਹਾਂ ਤੁਸੀਂ ਵੀ ਕਹੋਗੇ ਅੱਜ ਕਹਾਣੀਆਂ ਹੀ ਸੁਣਾਈ ਜਾਂਦੀ ਜੀ ਡਾਕਟਰ ਕਈ ਕਹਾਣੀਆਂ ਪੈਂਡਿੰਗ ਸੀ ਕਈ ਐਪੀਸੋਡ ਹੋਏ ਨਹੀਂ ਹੈਗੇ ਜੀ ਦੇਖੋ ਇੱਕ ਹਸਬੈਂਡ ਤੇ ਵਾਈਫ ਸਨ ਇੱਕੋ ਹੀ ਘਰ ਦੀ ਗੱਲ ਤੇ ਉਹ ਸਾਲ ਜਦੋਂ ਨਵਾਂ ਚੜਿਆ ਉਦੋਂ 31 ਦਸੰਬਰ ਨੂੰ ਦੋਨੋਂ ਜਣੇ ਆਪਣੇ ਆਪਣੇ ਕਹਿਣ ਲੱਗੇ ਚਲ ਤੂੰ ਵੀ ਕਾਗਜ਼ ਚੁੱਕ ਮੈਂ ਵੀ ਲਿਖੀਏ ਇਸ ਸਾਲ 'ਚ ਕੀ ਹੋਇਆ ਹਸਬੈਂਡ ਨੇ ਲਿਖਿਆ ਕਿ ਇਹ ਸਾਲ ਬਹੁਤ ਮਾੜਾ ਸੀ ਮੇਰਾ ਬਿਜ਼ਨਸ ਠੱਪ ਹੋ ਗਿਆ
ਮੇਰੇ ਕਾਰ ਦਾ ਮੇਜਰ ਐਕਸੀਡੈਂਟ ਹੋ ਗਿਆ, ਮੇਰੇ ਮੁੰਡੇ ਦੀ ਲੱਤ ਟੁੱਟੀ, ਮੈਨੂੰ ਇਹ ਘਰ ਦੀ ਫਲਾਣੀ ਥਾਂ ਤੇ ਛੱਤ ਡਿੱਗੀ, ਉਹ ਰਿਪੇਅਰ ਕਰਨਾ ਪਿਆ। ਯਾਨੀ ਉਹਨੇ ਐ ਪੂਰਾ ਫਰਲਾ ਭਰ ਦਿੱਤਾ ਤੇ ਇਸ ਤੋਂ ਮਾੜਾ ਸਾਲ ਤਾਂ ਕਦੇ ਹੁਣ ਤੱਕ ਆਇਆ ਹੀ ਨਹੀਂ ਸੀ। ਦੂਜੇ ਪਾਸੇ ਉਹਦੀ ਵਾਈਫ ਦਾ ਕਾਗਜ਼ ਚੁੱਕ ਕੇ ਪੜਿਆ ਗਿਆ। ਹੁਣ ਉਹੀ ਸਾਲ ਉਹਦੇ ਨਾਲ ਵੀ ਬੀਤਿਆ ਸੀ। ਉਹਨੇ ਉੱਤੇ ਲਿਖਿਆ, ਇਹ ਸਭ ਤੋਂ ਖੂਬਸੂਰਤ ਵਰਾ ਲੰਘਿਆ, ਸਾਡੀ ਪੂਰੀ ਦੀ ਪੂਰੀ ਕਾਰ ਸੜਕ ਤੇ ਡੈਮੇਜ ਹੋਈ ਪਰ ਮੇਰਾ ਪੁੱਤਰ ਸਲਾਮਤ ਰਹਿ ਗਿਆ। ਸਿਰਫ ਤੇ ਸਿਰਫ ਇੱਕ ਲਾਤੀ ਟੁੱਟੀ ਜੋ ਕਿ ਠੀਕ ਹੋ ਕੇ ਤੁਰਨ ਜੋਗਾ ਹੋਇਆ। ਧੰਨਵਾਦ। ਇਹ ਬਿਜ਼ਨਸ ਡਾਊਨ ਹੋਇਆ ਪਰ ਕਮਾਲ ਇਹ ਦੇਖੋ ਕਿ ਸਾਡਾ ਫਿਰ ਇਸੇ ਹੀ ਸਾਲ ਓਨਾ ਹੀ ਵਾਪਸ ਸਲਾਮਤ ਹੋ ਗਿਆ। ਸਾਨੂੰ ਇਸ ਤੋਂ ਵੱਧ ਖੁਸ਼ੀ ਦੀ ਕੀ ਗੱਲ ਹੋ ਸਕਦੀ ਹੈ। ਤੇ ਇਹ ਤਾਂ ਕਮਾਲ ਹੀ ਹੋ ਗਿਆ ਕਿ ਛੱਤ ਉਸ ਹਿੱਸੇ ਦੀ ਡਿੱਗੀ ਜਿਹਦੇ ਥੱਲੇ ਸਾਡੇ ਚੋਂ ਕੋਈ ਵੀ ਖੜਾ ਨਹੀਂ ਸੀ। ਅਸੀਂ ਸਾਰੇ ਹੀ ਰੱਬ ਦੀ ਮਿਹਰ ਨਾਲ ਬਚੇ। ਮੈਨੂੰ ਤੇ ਇਸ ਤੋਂ ਕਮਾਲ ਦਾ ਵਰਾ ਕੋਈ ਦਿਸਦਾ ਹੀ ਨਹੀਂ। ਯਾਨੀ ਉਹੀ ਚੀਜ਼, ਨਜ਼ਰੀਆ ਕਿਵੇਂ ਤੁਹਾਨੂੰ ਇਸ ਜ਼ਿੰਦਗੀ ਦੇ ਵਿੱਚੋਂ ਖੁਸ਼ੀ ਲੱਭਣ ਦਾ ਢੰਗ ਸਿਖਾ ਦਿੰਦਾ। ਸੋ ਇਹੋ ਹੀ ਸਾਡੇ ਨਾਲ ਹੁੰਦਾ ਹੈ ਕਿ ਆਪਾਂ ਕਿਸੇ ਨਾਲ, ਇਹ ਤਾਂ ਹੋ ਨਹੀਂ ਸਕਦਾ ਤੁਹਾਡੀ ਮੇਰੀ ਜ਼ਿੰਦਗੀ ਫਲੈਟ ਕਰ ਤੁਰਦੀ ਹੋਏ। ਬਹੁਤ ਕੁਛ ਉਤਾਰ ਚੜਾਅ ਆਉਣੇ ਨੇ ਜ਼ਿੰਦਗੀ 'ਚ, ਕਈ ਸਾਥ ਛੁੱਟਣੇ ਨੇ, ਕਈ ਨਵੇਂ ਬਣਨੇ ਨੇ। ਪਰ ਜਿਸ ਦਿਨ ਅਸੀਂ ਇਹ ਕਹਿ ਸਕੀਏ ਸ਼ੁਕਰ ਹੈ ਰੱਬਾ ਮੇਰਾ ਸਾਥੀ ਤੁਰ ਗਿਆ, ਮੈਂ ਵੀ ਜਾ ਸਕਦੀ ਸੀ, ਜੇ ਮੈਂ ਜ਼ਿੰਦਾ, ਮੈਨੂੰ ਕੋਈ ਨਾ ਕੋਈ ਇਹਦਾ ਮਤਲਬ ਹੈ ਮੇਰੇ ਜ਼ਿੰਮੇ ਦਾ ਕੰਮ ਰਹਿ ਗਿਆ, ਮੈਂ ਉਹ ਕਿਸੇ ਹੋਰ ਲਈ ਬਾਕੀ ਦੀ ਬਚੀ ਜ਼ਿੰਦਗੀ ਉਹਦੇ ਲੇਖੇ ਲਾ ਦਿਆਂ, ਕਿਸੇ ਹੋਰ ਦਾ ਭਲਾ ਕਰ ਦਿਆਂ, ਤੇ ਉਹ ਖੁਸ਼ੀ ਜਦੋਂ ਉਹਨਾਂ ਦੇ ਚਿਹਰਿਆਂ ਤੋਂ ਮੈਨੂੰ ਵਾਪਸ ਮਿਲੇਗੀ ਤਾਂ ਮੇਰਾ ਦੁੱਖ ਘਟ ਜਾਏਗਾ। ਯਾਨੀ ਆਪਣੇ ਆਪ ਨੂੰ ਢਾਲਣਾ ਕਿਸ ਤਰ੍ਹਾਂ ਉਸ ਸਿਚੁਏਸ਼ਨ ਵਿੱਚ, ਇਹੀ ਕਿਸੇ ਬੰਦੇ ਦਾ ਕਰੈਕਟਰ ਹੁੰਦਾ, ਇਹੀ ਉਹਨੇ ਜ਼ਿੰਦਗੀ ਦੇ ਵਿੱਚੋਂ ਸਿੱਖਿਆ ਕੀ ਉਹਦੇ ਸਾਹਮਣੇ ਆਉਂਦਾ। ਇਹੀ ਪੋਜ਼ਿਟਿਵਿਟੀ ਸਾਰੀ ਗੁਰਬਾਣੀ 'ਚ ਭਰੀ ਹੈ ਵੀ ਆਪਣੇ ਮਨ ਨੂੰ ਸਮਝਾਓ, ਉਸ ਤੋਂ ਤਗੜਾ ਨਾ ਡਾਕਟਰ ਨਾ ਰੱਬ ਉਸ ਤੋਂ ਵੱਡਾ, ਜੇ ਉਹ ਮਨ ਹੀ ਤੁਹਾਨੂੰ ਅਗਾਂਹ ਤੋਰਦਾ ਜੇ। ਯਾਨੀ ਕਿ ਤੁਹਾਡੇ ਸਰੀਰ ਦੀ ਤਾਕਤ ਤੁਹਾਡੀ ਤਾਕਤ ਨਹੀਂ ਹੈ ਜੀ, ਤੁਹਾਡਾ ਜਜ਼ਬਾ ਕੀ ਹੈ, ਉਹ ਸਪਿਰਿਟ ਕੀ ਹੈ, ਉਹ ਤੁਹਾਡੀ ਇੱਕ ਤਾਕਤ ਬਣਨੀ ਚਾਹੀਦੀ ਹੈ। ਡਾਕਟਰ ਸਾਹਿਬ, ਪ੍ਰਵਾਸ ਕਰਕੇ ਲੋਕ ਇੱਥੇ ਆਉਂਦੇ ਨੇ ਪਰ ਇੱਥੇ ਆ ਕੇ ਕਹਿੰਦੇ ਨੇ ਜੀ ਤਾਂ ਮਿੱਠੀ ਜੇਲ੍ਹ ਹੋ ਗਈ, ਸਾਨੂੰ ਕੰਮ ਕਰਨਾ ਪੈਂਦਾ ਆ। ਉਹਨਾਂ ਚੀਜ਼ਾਂ ਕਰਕੇ ਬਹੁਤ ਲੋਕ ਡਿਪਰੈਸ਼ਨ 'ਚ ਵੀ ਜਾਂਦੇ ਨੇ। ਕਈ ਬੱਚਿਆਂ ਨੇ ਇੱਥੇ ਕਈ ਤਰ੍ਹਾਂ ਦੀਆਂ ਨਸ਼ੇ ਦੀਆਂ ਚੀਜ਼ਾਂ ਨੂੰ ਵਰਤੋਂ ਵਿੱਚ ਲਿਆਉਣਾ ਸ਼ੁਰੂ ਕਰ ਦਿੱਤਾ ਆ, ਜਿਹੜਾ ਕਿ ਬਹੁਤ ਵੱਡਾ ਮਸਲਾ ਬਣਿਆ ਹੋਇਆ ਘੱਟੋ ਘੱਟ ਸਾਡੀ ਕਮਿਊਨਿਟੀ ਲਈ। ਤੇ ਉਹਨਾਂ ਚੀਜ਼ਾਂ ਤੇ ਠੱਲ ਪਾਉਣ ਲਈ ਮੈਂ ਅਕਸਰ ਕਹਿੰਦਾ ਹੁੰਦਾ ਕਿ ਜੇ ਤੁਸੀਂ ਇਸ ਕੰਟਰੀ ਨੂੰ ਚੂਜ਼ ਕੀਤਾ ਆ, ਚਾਹੇ ਕੈਨੇਡਾ ਆ, ਚਾਹੇ ਅਮਰੀਕਾ, ਚਾਹੇ ਆਸਟ੍ਰੇਲੀਆ, ਚਾਹੇ ਯੂਰਪੀਅਨ ਕੰਟਰੀਜ਼, ਤੁਸੀਂ ਕਿਤੇ ਵੀ ਜਾਂਦੇ ਹੋ, ਕਿੰਨੇ ਲੱਖ ਰੁਪਏ ਦੇ ਕੇ ਤੁਸੀਂ ਪਹੁੰਚਦੇ ਹੋ, ਤੁਹਾਡੀ ਆਪਣੀ ਚੋਇਸ ਹੈ। ਡਾਕਟਰ ਸਾਹਿਬ ਨੇ ਸਟਾਰਟਿੰਗ 'ਚ ਪ੍ਰੋਗਰਾਮ 'ਚ ਇਹ ਗੱਲ ਕਹੀ ਹੈ ਕਿ ਇਹ ਸਾਡੀ ਆਪਣੀ ਚੋਇਸ ਹੈ ਕਿ ਅਸੀਂ ਇੱਥੇ ਆਉਣਾ ਆ, ਤੇ ਇੱਥੇ ਆ ਕੇ ਜੇ ਅਸੀਂ ਜ਼ਿੰਦਗੀ ਨਹੀਂ ਜਿਉਣੀ, ਖੁਸ਼ ਨਹੀਂ ਰਹਿਣਾ, ਤਾਂ ਇੱਥੇ ਆਇਆ ਵੀ ਸਾਡਾ ਬੇਕਾਰ ਹੈ। ਔਰ ਪਿਛਲਾ ਜੋ ਅਸੀਂ ਜ਼ਿੰਦਗੀ ਜੀ ਕੇ ਆਏ ਆ, 20 ਸਾਲ 30 ਸਾਲ 40 ਸਾਲ ਜਿੰਨੀ ਵੀ ਅਸੀਂ ਜੀ ਕੇ ਆਏ ਆ, ਉਹ ਵੀ ਸਾਰੀ ਖਤਮ ਹੈ। ਕਿਉਂਕਿ ਤੁਸੀਂ ਮੇਰੇ ਖਿਆਲ 5-7 ਸਾਲ ਤੱਕ ਡਾਕਟਰ ਸਾਹਿਬ ਬੰਦਾ ਸੋਚ ਹੀ ਜਾਂਦਾ ਹੈ ਕਿ ਮੈਂ ਜਾਣਾ ਹੈ, ਤੇ ਉਹ ਵੀ ਤੁਹਾਡੇ ਸਾਲ ਜਿਹੜੇ ਨੇ ਬੀਤੇ ਵਰੇ ਨੇ ਉਹ ਵੀ ਖਰਾਬ ਹੋ ਜਾਂਦੇ ਨੇ। ਮੈਂ ਇੱਕ ਤੁਹਾਨੂੰ, ਮੈਂ UN 'ਚ ਸਾਂ ਜਿੱਥੇ ਅਲੱਗ-ਅਲੱਗ ਕਮਿਊਨਿਟੀਜ਼ ਦੇ ਉੱਥੇ ਬੰਦੇ ਸਨ, ਤਾਂ ਇੱਕ ਚਾਈਨੀਜ਼ ਔਰਤ ਸੀ ਮੇਰੇ ਨਾਲ ਬੈਠੀ, ਜਿਹਨੂੰ ਮੈਂ ਪੁੱਛਿਆ ਕਿ ਇੱਥੇ ਗੱਲ ਜ਼ਿਕਰ ਹੋਇਆ ਕਿ ਤੁਹਾਡੇ ਸਾਰੇ ਮੁਲਕਾਂ 'ਚ ਤੁਸੀਂ ਹੈਗੇ ਹੋ ਤੇ ਐਡੀ ਭਾਰੀ ਗਿਣਤੀ 'ਚ ਤੁਹਾਡੇ ਕ੍ਰਾਈਮ ਕਿਉਂ ਘੱਟ ਹੈ। ਉਹਨੇ ਇਹ ਬੜੀ ਕਮਾਲ ਦੀ ਗੱਲ ਦੱਸੀ। ਉਹਨੇ ਕਿਹਾ ਕਿ ਜਿਸ ਵੀ ਮਰਜ਼ੀ ਮੁਲਕ 'ਚ ਚਲੇ ਜਾਈਏ, ਅਸੀਂ ਆਪਣਾ ਨਾ ਤਾਂ ਪਿਛੋਕੜ ਛੱਡਦੇ ਹਾਂ, ਨਾ ਅਸੀਂ ਆਪਣੀ ਜ਼ਬਾਨ ਛੱਡਦੇ ਹਾਂ, ਨਾ ਸਾਡਾ ਸੱਭਿਆਚਾਰ ਛੱਡਿਆ ਜਾਂਦਾ। ਸੋ ਨਤੀਜੇ ਵਜੋਂ ਅਸੀਂ ਜਿੱਥੇ ਤੁਸੀਂ ਦੇਖੋਗੇ ਚਾਈਨੀਜ਼ ਬਾਜ਼ਾਰ ਇਹਨਾਂ ਦਾ ਖੁੱਲਿਆ ਹੁੰਦਾ, ਚਾਈਨਾ ਬਾਜ਼ਾਰ। ਉਹਨਾਂ ਨੇ ਜੋ ਗੱਲ ਕੀਤੀ ਕਿ ਸਾਡੀ ਇਸ ਤਰੀਕੇ ਦਾ ਸਿਸਟਮ ਹੈ ਜਿੱਥੇ ਅਸੀਂ ਆਪਣੇ ਘਰੇਲੂ ਝਗੜੇ ਉੱਥੇ ਹੀ ਨਿਬੇੜਦੇ ਹਾਂ। ਸਾਡੀ ਆਪਣੀ ਜਿਵੇਂ ਕਹਿ ਲਓ ਕਿ ਅੰਦਰੂਨੀ ਜਿਵੇਂ ਸਾਡੀਆਂ ਸੱਥਾਂ ਹੁੰਦੀਆਂ ਸੀ, ਉਹਨੇ ਐਗਜ਼ਾਮਪਲ ਉਸੇ ਤਰ੍ਹਾਂ ਦੱਸੀ ਕਿ ਸਾਡੇ ਵੱਡੇ ਵਡੇਰੇ ਬੈਠ ਕੇ ਨਿਬੇੜ ਦਿੰਦੇ ਨੇ। ਸੋ ਉਹ ਸਾਨੂੰ ਟੁੱਟਣ ਵੀ ਘੱਟ ਦਿੰਦੇ ਨੇ, ਸਾਡੇ ਕ੍ਰਾਈਮ ਵੀ ਘਟਦਾ, ਤੇ ਅਸੀਂ ਉਹ ਸਾਂਝ ਸਭ ਦੀ ਜਿਵੇਂ ਸਾਨੂੰ ਗੰਢ ਦਿੰਦੇ ਨੇ, ਅਸੀਂ ਇਕੱਠੇ ਹੱਸਦੇ ਖੇਡਦੇ ਰਿਸ਼ਤੇ ਗੰਢਦੇ ਰਹਿੰਦੇ ਹਾਂ। ਮੈਨੂੰ ਲੱਗਿਆ ਕਿ ਸਾਡੇ ਤਾਂ ਪਿਛੋਕੜ ਹੈ ਹੀ ਸੱਥਾਂ ਵਿੱਚ ਸੀ, ਸਾਡੇ ਤਾਂ ਸਾਰੇ ਝਗੜੇ ਉੱਥੇ ਨਿਬੜਦੇ ਸੀ।
ਅਸੀਂ ਕਿਉਂ ਉਸੇ ਝਗੜੇ ਨੂੰ ਬਾਹਰ ਲਿਜਾ ਕੇ ਹੋਰਨਾਂ ਮੁਲਕਾਂ 'ਚ ਆਪਣੇ ਮੈਲੇ ਕੱਪੜੇ ਉੱਥੇ ਕਿਉਂ ਧੋਣ ਲੱਗ ਜਾਂਦੇ ਆ, ਜਦ ਕਿ ਸਾਡੇ ਵੀ ਸਿਆਣੇ ਇੱਥੇ ਸਾਰੇ ਬੈਠੇ ਨੇ। ਜੇ ਅਸੀਂ ਕਿਤੇ ਵਾਪਸ ਉਸੇ ਤਰ੍ਹਾਂ ਸਾਂਝ ਗੰਢ ਲਈਏ ਨਾ ਕਿ ਗੁਰਦੁਆਰਿਆਂ ਦੀ ਪੋਲਿਟਿਕਸ 'ਚ ਅਸੀਂ ਸਗੋਂ ਇੱਕ ਦੂਜੇ ਦੇ ਸਿਰ ਪਾੜਦੇ ਫਿਰੀਏ, ਸਗੋਂ ਉਹ ਥਾਵਾਂ ਇਹੋ ਜਿਹੀਆਂ ਬਣਾ ਦਿੱਤੀਆਂ ਜਾਣ ਜਿੱਥੇ ਸਿਆਣੇ ਵੀ ਬੈਠੇ ਨੇ, ਜਿੱਥੇ ਸਾਰੇ ਰਲ ਮਿਲ ਕੇ ਸੂਝਵਾਨ ਲੋਕ ਇਹੋ ਜਿਹੇ ਨਿੱਕੇ ਮੋਟੇ ਝਗੜੇ ਨਿਬੇੜ ਦੇਣ ਤਾਂ ਜ਼ਿਆਦਾ ਬਿਹਤਰ ਹੋਏਗਾ। ਜੀ ਮੈਂ ਪਹਿਲਾਂ ਵੀ ਇੱਕ ਪ੍ਰੋਗਰਾਮ ਜ਼ਿਕਰ ਕੀਤਾ ਸੀ, ਸਾਡੇ ਗੁਰੂ ਘਰਾਂ ਨੂੰ, ਧਾਰਮਿਕ ਸਥਾਨਾਂ ਨੂੰ, ਚਾਹੇ ਮੰਦਿਰ ਨੇ ਚਾਹੇ ਗੁਰੂ ਘਰ ਨੇ ਜੀ, ਕੋਈ ਵੀ ਧਾਰਮਿਕ ਸਥਾਨ ਹੈ, ਬਜਾਏ ਕਿ ਅਸੀਂ ਪੋਲਿਟਿਕਸ ਕਰੀਏ, ਬਜਾਏ ਕਿ ਅਸੀਂ ਵਹਿਮਾਂ ਭਰਮਾਂ 'ਚ ਪਈਏ, ਇੱਥੇ ਵੀ ਆ ਕੇ ਅਸੀਂ ਸਾਡੇ ਬੱਚਿਆਂ ਨੂੰ ਸੰਭਾਲ ਲਈਏ ਜਿਹੜੇ ਤਕਰੀਬਨ ਰੋਜ਼ਾਨਾ ਡਾਕਟਰ ਸਾਹਿਬ ਮੈਂ ਦੇਖਿਆ ਕਈ ਸ਼ੈਲਟਰ ਹੋਮਸ ਦੇ ਵਿੱਚ ਕੁੜੀਆਂ, ਜਵਾਨ ਕੁੜੀਆਂ ਨੇ ਜੀ, ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਰਹਿ ਰਹੀਆਂ ਨੇ, ਪੰਜਾਬੀ ਨੇ, ਇੰਡੀਅਨਸ ਨੇ। ਸੋ ਕਈ ਵਾਰ ਆਪਣੇ ਆਪ ਤੇ ਘ੍ਰਿਣਾ ਵੀ ਆਉਂਦੀ ਹੈ, ਤਰਸ ਵੀ ਆਉਂਦਾ ਕਿ ਅਸੀਂ ਕਿਉਂ ਨਹੀਂ ਕੁਝ ਕਰ ਪਾ ਰਹੇ, ਪਰ ਬਤੌਰ ਪੱਤਰਕਾਰ, ਬਤੌਰ ਜਰਨਲਿਸਟ ਤੇ ਬਤੌਰ ਸਮਾਜ ਸੇਵਿਕਾ ਡਾਕਟਰ ਹਰਸ਼ਿੰਦਰ ਕੌਰ ਉਹਨਾਂ ਦੇ ਮੁਖ ਤੋਂ ਵੀ ਮੈਂ ਇਹ ਚੀਜ਼ ਅਖਵਾਣੀ ਚਾਹੂੰਗਾ, ਜੇ ਉਹਨਾਂ ਨੂੰ ਅੱਛੀ ਲੱਗਦੀ ਹੈ, ਕਿ ਜ਼ਰੂਰ ਸਾਨੂੰ ਇਹਨਾਂ ਫੈਸਲਿਆਂ ਵੱਲ, ਛੋਟੇ ਛੋਟੇ ਨਿੱਕੀਆਂ ਨਿੱਕੀਆਂ ਗੱਲਾਂ ਜਿਹੜੀਆਂ ਨੇ, ਅਸੀਂ ਗੁਰੂ ਘਰਾਂ ਦੇ ਵਿੱਚ, ਆਪਣੇ ਧਾਰਮਿਕ ਸਥਾਨਾਂ ਦੇ ਵਿੱਚ ਕੋਈ ਪਾਠੀਆਂ ਦੀ, ਰਾਗੀਆਂ ਦੀ, ਕਿਸੇ ਵੀ ਜਿਹੜੇ ਵੀ ਸਿਆਣੇ ਬੰਦੇ ਨੇ ਜੀ, ਜਿਹਨੂੰ ਅਸੀਂ ਸਿਆਣੇ ਸਮਝ ਸਕਦੇ ਹਾਂ, ਕੋਈ ਬੋਡੀ ਬਣ ਜਾਏ 5-5 7-7 ਬੰਦਿਆਂ ਦੀ, ਕਿ ਭਾਈ ਕੋਈ ਨਾ ਮੈਂ ਤੇਰੇ ਘਰੇ ਆਉਣਾ ਆ, ਆਪਾਂ ਬੈਠ ਕੇ ਨਿਬੇੜਦੇ ਆ। ਜਦੋਂ ਤੁਸੀਂ ਆਪ ਕਿਸੇ ਦੇ ਘਰੇ ਜਾ ਕੇ, ਉਹਨਾਂ ਦੇ ਘਰੇ ਜਾ ਕੇ ਫੈਸਲੇ ਨਿਬੇੜਨੇ ਸ਼ੁਰੂ ਕਰ ਦੋਗੇ, ਉਹ ਮੈਨੂੰ ਲੱਗਦਾ ਆ ਕੈਨੇਡਾ ਦੇ ਵਿੱਚ ਤਾਂ ਜੀ ਘੱਟੋ ਘੱਟ ਸੱਚੀ ਸਮਾਜ ਸੇਵਾ ਉਹਨੂੰ ਗਿਣਿਆ ਜਾਣਾ ਚਾਹੀਦਾ। ਬਿਲਕੁਲ, ਕਿਉਂਕਿ ਇਹ ਟੁੱਟਦੇ ਘਰਾਂ ਨੂੰ ਬਹੁਤ ਸੌਖਾ ਹੁੰਦਾ ਭਾਜੀ ਤੋੜਨਾ, ਤਾਂ ਮਿੰਟ ਲੱਗਦਾ ਜੀ। ਗੱਲ ਤਾਂ ਇਹ ਹੈ ਕਿ ਤੁਸੀਂ ਦੂਜੇ ਦੇ ਦਿਲ ਤੱਕ ਜਾਣ ਦਾ ਰਾਹ ਬਣਾ ਸਕਦੇ ਹੋ। ਉਹ ਆਪਣੀ ਅਸਲ ਤਾਂ ਮੈਂ ਹੀ ਹੁੰਦੀ ਜੇ, ਹਉਮੈ ਹੀ ਹੁੰਦੀ ਜੇ, ਨਿੱਕੀਆਂ ਨਿੱਕੀਆਂ ਈਗੋਜ਼ ਸਾਨੂੰ ਬਹੁਤ ਅਗਾਂਹ ਲੈ ਜਾਂਦੇ ਹਾਂ। ਅਸੀਂ ਆਪਣੇ ਆਪ ਨੂੰ ਪਤਾ ਹੁੰਦਾ ਨਹੀਂ ਕਿ ਅੱਜ ਸੁੱਤੇ ਹਾਂ, ਸਵੇਰੇ ਜਾਗਣਾ ਵੀ ਹੈ ਕਿ ਨਹੀਂ, ਜਾਂ ਪਤਾ ਨਹੀਂ ਅੱਜ ਖੜੇ ਹਾਂ, ਕੱਲ ਨੂੰ ਵਿੱਚੋਂ ਟਿਊਮਰ ਨਿਕਲ ਆਣਾ ਸਿਰ ਤੇ, ਜਿਹੜਾ ਕਹੂਗਾ ਇਹ ਸਟੇਜ ਤੇ ਹੈ। ਸੋ ਇਹ ਚੀਜ਼ਾਂ ਦਾ ਜਦੋਂ ਸਾਨੂੰ ਪਤਾ ਹੀ ਨਹੀਂ, ਅਸੀਂ ਤਾਂ ਬਹੁਤ ਕੁਝ ਬਣਾਉਂਦੇ ਹਾਂ, ਪਰ ਰੱਬ ਦੇ ਨੇ ਕੀ ਸਾਡੇ ਲਈ ਅੱਗੇ ਖੇਡ ਰਚੀ ਉਹ ਪਤਾ ਨਹੀਂ ਹੁੰਦਾ। ਸੋ ਇਹ ਨਿੱਕੀਆਂ ਨਿੱਕੀਆਂ ਗੱਲਾਂ 'ਚ ਬੜੀ ਸੋਹਣੀ ਚੀਜ਼, ਜਿਵੇਂ ਤੁਸੀਂ ਦੱਸਿਆ ਉੱਦਾਂ ਹੀ ਇਹ ਨਾਵਲ ਡਾਈ ਐਮਪਟੀ ਬਹੁਤ ਕਮਾਲ ਦਾ ਜੇ, ਕਿ ਭਈ ਤੁਸੀਂ ਮਨ 'ਚ ਗੁੱਸੇ ਗਿਲੇ ਲੈ ਕੇ ਪਤਾ ਹੀ ਨਹੀਂ ਅਗਲੇ ਪਲ ਤੁਰ ਜਾਓ, ਤੇ ਕਿਉਂ ਨਾ ਉਹ ਗੁੱਸੇ ਗਿਲੇ ਸ਼ਿਕਵੇ ਇਹ ਸੋਚ ਕੇ ਵੀ ਮੇਰਾ ਅੱਜ ਦਾ ਦਿਨ ਆਖਰੀ ਹੈ, ਇੱਕ ਫੋਨ ਉਹਨਾਂ ਨਾਲ ਕਰੋ ਜਿਨ੍ਹਾਂ ਨਾਲ ਨਾਰਾਜ਼ਗੀ ਹੋਏ, ਉਹ ਚੱਲ ਛੱਡ ਯਾਰ ਤੂੰ ਨਾ ਸੀ, ਮੈਂ ਮਾਫੀ ਮੰਗੀ, ਆ ਜਾ ਮਿਲੀਏ। ਜ਼ਰਾ ਇੱਕ ਵਾਰ ਅਜ਼ਮਾ ਕੇ ਦੇਖੀਏ ਕਿਆ ਕਮਾਲ ਵਾਪਰਦਾ ਜੇ। ਮੈਨੂੰ ਲੱਗਦਾ ਜੇ ਕਿ ਉਹ ਦਿਲ ਦੀਆਂ ਨਿੱਕੀਆਂ ਨਿੱਕੀਆਂ ਦੂਰੀਆਂ ਬਿਨਾਂ ਮਤਲਬ ਦੀ ਇਹ ਅਸੀਂ ਜੋ ਆਪਣੀ ਅੜਾ ਲੈਂਦੇ ਹਾਂ, ਉਹ ਮੈਂ ਜਾਂ ਹਉਮੈ ਤਿਆਗ ਕੇ ਜ਼ਰਾ ਦੇਖੀਏ ਤਾਂ ਸਹੀ ਕਿੰਨੀ ਖੂਬਸੂਰਤ ਜ਼ਿੰਦਗੀ ਹੋ ਜਾਂਦੀ ਹੈ। ਤੇ ਇਹ ਘਰੇਲੂ ਝਗੜੇ ਜਾਂ ਮੀਆਂ ਬੀਵੀ ਦੇ, ਮੈਨੂੰ ਨਹੀਂ ਲੱਗਦਾ ਤੁਸੀਂ ਦਾਅਵਾ ਕਰ ਸਕਦੇ ਹੋ ਵੀ ਕਦੇ ਵੀ ਨਾ ਲੜਾਈ ਹੋਵੇ, ਜਾਂ ਮੈਂ ਦਾਅਵਾ ਕਰਦੀ ਹਾਂ ਮੇਰੇ ਘਰ ਕਦੇ ਲੜਾਈ ਨਹੀਂ ਹੋਈ। ਪਰ ਜੇ ਦੋ ਭਾਂਡੇ ਨੇ ਖੜਕਣੇ ਨੇ, ਦੋ ਵੱਖੋ ਵੱਖਰੇ ਟੱਬਰਾਂ 'ਚੋਂ ਦੋ ਮਰਦੇ ਆਏ ਤੇ ਉਹਨਾਂ ਨੇ ਲੜਨਾ ਹੈ, ਤੇ ਜੇ ਲੜੇ ਨਹੀਂ ਤਾਂ ਸੱਚਾ ਪਿਆਰ ਹੈ ਹੀ ਨਹੀਂ। ਪਰ ਗੱਲ ਤਾਂ ਇਹ ਹੈ ਲੜਾਈ ਤੋਂ ਬਾਅਦ ਮੁਕਾਈ ਕਿਵੇਂ ਤੇ ਕਿਹਨੇ ਪਹਿਲ ਕੀਤੀ, ਸਵਾਦ ਤਾਂ ਉਸੇ ਵਿੱਚ ਹੈ ਕਿ ਹਾਂ ਜ਼ੋਰ ਤਾਂ ਲੱਗਦਾ ਨਿਭਾਉਣ ਵਿੱਚ, ਤੋੜਨਾ ਬਹੁਤ ਸੌਖਾ ਹੈ। ਡਾਕਟਰ ਸਾਹਿਬ ਬਹਾਦਰੀ ਮੈਨੂੰ ਲੱਗਦਾ ਐਸੇ ਚ ਹੁੰਦੀ ਹੈ ਕਿ ਜਿਹੜਾ ਬੰਦਾ ਨਿਭ ਕੇ ਬਿਲਕੁਲ ਨਿਭਾ ਲੈਂਦਾ ਹੈ, ਕਿ ਭਾਈ ਉਹ ਬਹਾਦਰੀ, ਕਿਉਂਕਿ ਨਿਭਣਾ ਇੱਕ ਬਹਾਦਰੀ ਹੈ। ਆਕੜ ਦੱਸਣਾ ਤਾਂ ਹਰ ਕੋਈ ਦੱਸ ਲਊਗਾ ਜੀ, ਉਹਦੇ ਨਾਲ ਸੋਸ਼ਲ ਫੈਬਰਿਕ ਟੁੱਟ ਰਹੇ ਨੇ। ਤੇ ਦੂਜੀ ਗੱਲ ਮੈਂ ਇਹ ਜ਼ਰੂਰ ਅੰਤ ਦੇ ਵਿੱਚ ਕਹਿਣਾ ਚਾਹੂੰਗਾ, ਕਿਉਂਕਿ ਪ੍ਰੋਗਰਾਮ ਦੀ ਸਮਾਪਤੀ ਦਾ ਸਮਾਂ ਹੋ ਰਿਹਾ ਆ, ਕਿ ਜੇ ਤੁਸੀਂ ਇਹ ਕੰਟਰੀ ਨੂੰ ਚੂਜ਼ ਕੀਤਾ ਆ, ਜੇ ਤੁਸੀਂ ਡਿਪਰੈਸ਼ਨ ਚੋਂ ਤੁਹਾਨੂੰ ਲੱਗਦਾ ਹੈ ਕਿ ਇਕੱਲਾਪਣ ਹੈ, ਕੋਈ ਦਿੱਕਤ ਨਹੀਂ ਹੈ ਦੋਸਤੋ। ਨੰਬਰ ਸਕਰੀਨ ਦੇ ਉੱਤੇ ਫਲੈਸ਼ ਹੋ ਰਹੇ ਨੇ, ਕਾਲ ਕਰ ਲਓ, ਕਦੇ ਵੀ ਸਾਡੇ ਸਟੂਡੀਓ ਆ ਜਾਓ, ਇੱਥੇ ਬਹਿ ਕੇ ਗੱਲਾਂ ਬਾਤਾਂ ਮਾਰ ਲਾਂਗੇ, ਸ਼ਾਇਦ ਤੁਹਾਡਾ ਇਕੱਲਾਪਣ ਦੂਰ ਹੋ ਜਾਵੇ ਕਿਤੇ। ਜਾਂ ਇੱਕ ਚੈਲੰਜ ਜ਼ਰੂਰ ਆਪਣੇ ਮਨ ਦੇ ਵਿੱਚ ਲੈ ਲਿਓ ਕਿ ਜੇ ਮੈਂ ਇਸ ਕੰਟਰੀ ਨੂੰ ਚੂਜ਼ ਕੀਤਾ ਆ, ਮੈਂ ਇਹ ਰਸਤਾ ਚੂਜ਼ ਕੀਤਾ, ਤਾਂ ਇੱਥੋਂ ਕਾਮਯਾਬ ਹੋ ਕੇ ਹੀ ਜਾਣਾ ਆ। ਆਪਣੇ ਆਪ ਨੂੰ ਇੱਕ ਚੈਲੰਜ ਦਿਓ ਤੇ ਕਾਮਯਾਬ ਜ਼ਰੂਰ ਹੋਵੋਗੇ। ਜੀ ਡਾਕਟਰ ਸਾਹਿਬ, ਹੋਰ ਕੁਝ ਤੁਸੀਂ ਕਹਿਣਾ ਚਾਹੋ ਤਾਂ ਜ਼ਰੂਰ ਕਹੋ, ਤੇ ਉਸ ਤੋਂ ਬਾਅਦ ਬਿਲਕੁਲ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੀ ਮੰਗ ਸੀ ਤਾਂ ਮੈਂ ਇੱਥੇ ਹਾਜ਼ਰ ਹੋਈ ਹਾਂ। ਅਸੀਂ ਕੋਸ਼ਿਸ਼ ਕਰਾਂਗੇ ਪ੍ਰੋਗਰਾਮ ਰੈਗੂਲਰ ਜਾਰੀ ਕਰਨ ਲਈ, ਕੋਸ਼ਿਸ਼ ਹੈ ਅੱਗੋਂ ਪੂਰੇ ਚੜੇਗਾ ਨਾ, ਪਰ ਕੋਸ਼ਿਸ਼ ਜ਼ਰੂਰ ਕਰਾਂਗੇ, ਕਿਉਂਕਿ ਉੱਥੋਂ ਮੇਰਾ ਸਮਾਂ ਕਈ ਵਾਰ ਉਲਟ ਪੁਲਟ ਹੋ ਜਾਂਦਾ। ਸੋ ਪਰ ਅਸੀਂ ਤੁਹਾਡੀ ਜੇ ਮੰਗ ਹੋਵੇ ਕੋਈ ਖਾਸ ਪ੍ਰੋਗਰਾਮ ਦੀ ਤਾਂ ਜ਼ਰੂਰ ਸਾਂਝੇ ਕਰਿਓ। ਰਵਿੰਦਰ ਜੀ ਤੁਹਾਡੇ ਕੋਲ ਨੇ, ਇੱਥੇ ਹੀ ਨੇ, ਪ੍ਰੋਗਰਾਮ ਦੇ ਨਾਲ ਫੋਨ ਨੰਬਰ ਨੇ, ਤੁਸੀਂ ਬਕਾਇਦਾ ਉਹਦੇ ਤੇ ਦੱਸ ਸਕਦੇ ਹੋ, ਤਾਂ ਅਸੀਂ ਉਸੇ ਦੇ ਅਕੋਰਡਿੰਗਲੀ ਪ੍ਰੋਗਰਾਮ ਜ਼ਰੂਰ ਕਰਾਂਗੇ। ਸੋ ਬਹੁਤ ਬਹੁਤ ਧੰਨਵਾਦ ਦੋਸਤੋ। ਤੇ ਤੁਹਾਡੇ ਵੱਲੋਂ
ਸਾਰਿਆਂ ਵੱਲੋਂ ਮੈਂ ਡਾਕਟਰ ਸਾਹਿਬ ਦਾ ਵੀ ਬਹੁਤ ਧੰਨਵਾਦ ਕਰਦਾ। ਡਾਕਟਰ ਸਾਹਿਬ ਬਹੁਤ ਧੰਨਵਾਦ। ਬਹੁਤ ਧੰਨਵਾਦ।